ਵੀਜ਼ਾ ਸਰਵਿਸਿਜ਼ ਤਾਂ ਬਹੁਤ ਸੁਣੀਆਂ ਨੇ ਕਿ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਵੀ ਬਹੁਤ ਸਟੂਡੈਂਟ ਵੀਜ਼ਾ ਵਾਲੇ ਏਜੰਟ ਬੈਠੇ ਨੇ। ਤੁਸੀਂ ਸਕਿੱਲ ਵੀਜ਼ਾ ਸਰਵਿਸਿਜ਼ ਲਿਖਿਆ ਹੋਇਆ ਐਸਵੀਐਸ ਸਕਿੱਲ ਵੀਜ਼ਾ ਸਰਵਿਸਿਜ਼ ਹੈ ਕੀ ਹੈ, ਕਿਹੜੇ ਸਕਿੱਲਸ ਤੇ ਤੁਸੀਂ ਵੀਜ਼ਾ ਕਰਵਾਉਂਦੇ ਹੋ? 16 ਸਾਲ ਤੋਂ ਐਜ਼ ਅ ਰਜਿਸਟਰਡ ਇਮੀਗ੍ਰੇਸ਼ਨ ਏਜੰਟ ਮਾਰਾ ਏਜੰਟ ਆਸਟ੍ਰੇਲੀਆ ਤੋਂ ਆਪਰੇਟ ਕਰਦੇ ਹਾਂ ਤੇ ਸਾਡਾ ਇੱਕ ਆਫਿਸ ਚੰਡੀਗੜ੍ਹ 'ਚ ਵੀ ਹੈ। ਲੋਕਾਂ ਦੇ ਕੋਲ ਰਾਹ ਇੱਕੋ ਹੀ ਦਿਖਦਾ ਹੈ। ਜਦੋਂ ਆਪਾਂ ਗੱਲ ਕਰੀਏ, ਹਰੇਕ ਮਾਂ-ਪਿਓ ਆਪਣੇ ਇੱਥੇ ਭਾਰਤ ਦੇ ਵਿੱਚ ਬੱਚਿਆਂ ਨੂੰ 12ਵੀਂ ਤੋਂ ਬਾਅਦ ਕਹਿਣਾ ਸ਼ੁਰੂ ਕਰ ਦਿੰਦੇ ਨੇ, ਬੱਚੇ ਤੂੰ ਆਇਲਸ ਦੀ ਤਿਆਰੀ ਕਰ ਲੈ, ਤੈਨੂੰ ਆਪਾਂ ਸਟੂਡੈਂਟ ਵੀਜ਼ਾ ਤੇ ਬਾਹਰ ਭੇਜਣਾ। ਕੀ ਸਟੂਡੈਂਟ ਵੀਜ਼ਾ ਹੀ ਇੱਕੋ ਇੱਕ ਰਾਹ ਹੈਗਾ ਬਾਹਰ ਜਾਣ ਦੇ ਲਈ? ਹੋਰ ਕਿਹੜੇ-ਕਿਹੜੇ ਰਾਹ ਹੈਗੇ ਨੇ? ਅਲੋਂਗ ਵਿਦ ਦ ਫੈਮਿਲੀ, ਉਹ ਆਪਣੇ ਫੈਮਿਲੀ ਦੇ ਨਾਲ ਇੱਥੇ 5 ਸਾਲ ਦਾ ਵੀਜ਼ਾ ਮਿਲਦਾ, ਉਹਦੇ ਵਿੱਚ ਆ ਕੇ ਆਪਣੇ ਬਿਜ਼ਨਸ ਨੂੰ ਸਟੈਬਲਿਸ਼ ਕਰਨ ਤੇ ਰਨ ਕਰਕੇ ਦਿਖਾਣ, ਪ੍ਰੂਵ ਕਰਨ, ਇਨਵੈਸਟਮੈਂਟ ਲੈ ਕੇ ਆਣ ਤੇ ਇਸ ਪਾਥਵੇ ਦੇ ਥਰੂ ਉਹ ਆਪਣੀ ਪੂਰੀ ਦੀ ਪੂਰੀ ਫੈਮਿਲੀ ਨੂੰ ਮਾਈਗ੍ਰੇਟ ਕਰ ਸਕਦੇ ਹੈ। ਬਿਜ਼ਨਸ ਵੀਜ਼ਾ ਹੈ, ਇਟ ਇਜ਼ ਐਜ਼ ਗੁੱਡ ਐਜ਼ ਜਿਸ ਤਰ੍ਹਾਂ ਕੈਨੇਡਾ ਦੇ ਬਿਜ਼ਨਸ ਵੀਜ਼ਾ ਪ੍ਰੋਗਰਾਮ ਹੈ, ਆਸਟ੍ਰੇਲੀਆ ਦਾ ਵੀ ਆਪਣਾ ਪ੍ਰੋਗਰਾਮ ਇਹ ਹੈਗਾ ਜਿਹਦੇ 'ਚ ਕਿ ਇਨਵੈਸਟਮੈਂਟ ਦੇ ਪ੍ਰੋਵੀਜ਼ਨਲ ਵੀਜ਼ਾ ਦੇ ਕੇ ਉਹਨਾਂ ਨੂੰ ਅਲਾਓ ਕੀਤਾ ਜਾਂਦਾ ਹੈ ਕਿ ਤੁਸੀਂ ਇੱਥੇ ਆਪਣਾ ਬਿਜ਼ਨਸ ਆ ਕੇ ਰਨ ਕਰੋ ਐਂਡ ਉਸ ਤੋਂ ਬਾਅਦ ਤੁਹਾਨੂੰ PR ਦੇ ਲਈ ਐਲੀਜੀਬਲ ਹੋ ਜਾਂਦੇ ਹੋ। ਵਨ ਆਫ ਦਾ ਥਿੰਗ ਆਪਣੇ ਇੰਡੀਆ 'ਚ ਨਹੀਂ ਲੋਕਾਂ ਨੂੰ ਪਤਾ ਕਿ ਇੱਥੇ ਬਿਜ਼ਨਸਿਸ ਜਿਹੜੇ ਸਕਸੈਸਫੁਲ ਬਿਜ਼ਨਸ ਰਨ ਹੋ ਰਹੇ ਨੇ ਉਹ ਸੇਲ ਹੋ ਜਾਂਦੇ ਨੇ। ਤਾਂ ਅਸੀਂ ਉਹਨਾਂ ਦੇ ਨਾਲ ਸਾਡੀ ਟੀਮ ਹੈ ਇੱਥੇ ਜਿਹੜੀ ਕਿ ਅਕਾਊਂਟੈਂਟਸ ਦੀ, ਬਿਜ਼ਨਸ ਬ੍ਰੋਕਰਸ ਦੀ, ਅਸੀਂ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਐਡਵਾਈਸ ਕਰਦੇ ਹਾਂ ਕਿ ਤੁਸੀਂ ਆਪ ਬਿਜ਼ਨਸ ਰਨਿੰਗ ਫਰੋਮ ਡੇ 1 ਤੁਸੀਂ ਇਹਨੂੰ ਜਿਸ ਤਰ੍ਹਾਂ ਸਰਵਿਸ ਸਟੇਸ਼ਨ ਹੋ ਗਏ, ਫਰੈਂਚਾਈਜ਼ੀ ਬਿਜ਼ਨਸ ਹੋ ਗਏ, ਲਾਈਕ ਪੋਸਟ ਆਫਿਸਿਸ ਹੈ, ਸੈਮੀ ਗਵਰਨਮੈਂਟ ਫਰੈਂਚਾਈਜ਼ੀ ਬਿਜ਼ਨਸਿਸ ਹੈ, ਉਸ ਦੇ ਵਿੱਚ ਉਹ ਫਰੋਮ ਡੇ 1 ਦੇ ਕੈਨ ਬਾਏ ਦੈਟ ਬਿਜ਼ਨਸ। ਉਹ ਜਿਸ ਤਰ੍ਹਾਂ ਪ੍ਰੋਪਰਟੀ ਪਰਚੇਜ਼ ਹੁੰਦੀ ਹੈ ਉਸ ਤਰੀਕੇ ਨਾਲ ਹੀ ਉਹ ਬਿਜ਼ਨਸ ਦੇ ਓਨਰ ਬਣ ਜਾਂਦੇ ਨੇ ਤੇ ਓਨਰ ਐਜ਼ ਅ ਮੈਨੇਜ ਕੰਟਰੋਲ ਕਰਕੇ ਬਿਜ਼ਨਸ 1 ਸਾਲ ਬਾਅਦ ਉਹ ਆਪਣੇ ਬਿਜ਼ਨਸਿਸ ਦੀ ਰਿਟਰਨਸ ਵਗੈਰਾ ਜੋ ਡਾਕੂਮੈਂਟੇਸ਼ਨ ਕਰਕੇ ਉਸ ਤੋਂ ਬਾਅਦ ਉਹ PR ਲਈ ਐਲੀਜੀਬਲ ਹੋ ਜਾਂਦਾ। ਫਰਜ਼ ਕਰੋ ਜੇਕਰ ਕਿਸੇ ਦੀ ਇਨਵੈਸਟਰ ਦੀ ਐਲੀਜੀਬਿਲਟੀ 3 ਸਾਲਾਂ ਬਾਅਦ ਜਾਂ 5 ਸਾਲਾਂ ਬਾਅਦ ਵੀ ਨਹੀਂ ਬਣਦੀ, ਉਹਦੇ ਕੋਲ ਫਿਰ ਕੀ ਆਪਸ਼ਨਸ ਨੇ? ਉਹਨੂੰ ਜਾਂ ਜੇ ਬਿਜ਼ਨਸ 'ਚ ਉੱਥੇ ਲਾਸ ਹੋ ਜਾਂਦਾ ਉਹਦੇ ਕੋਲ ਕੀ ਆਪਸ਼ਨਸ ਨੇ ਫਿਰ? ਆਲਰੇਡੀ ਰਨਿੰਗ ਸਕਸੈਸਫੁਲ ਬਿਜ਼ਨਸ ਦੇ ਵਿੱਚ ਜਦੋਂ ਤੁਸੀਂ ਲੈਂਦੇ ਹੋ ਇੱਥੇ ਆ ਕੇ ਤੇ ਬੇਸਿਕਲੀ ਜਿਨ੍ਹਾਂ ਦੇ ਕੋਲ ਇੰਡੀਆ ਦਾ ਬਿਜ਼ਨਸ ਐਕਸਪੀਰੀਅੰਸ ਹੁੰਦਾ ਹੈ ਉਹ ਐਕਸਪੀਰੀਅੰਸ ਹੀ ਇੱਥੇ ਕੰਮ ਆਉਂਦਾ ਕਿ ਕਿਹੜੇ ਬਿਜ਼ਨਸ ਉਹਨਾਂ ਨੂੰ ਲੈਣੇ ਚਾਹੀਦੇ, ਕਿਹੜੇ ਨਹੀਂ ਲੈਣੇ ਚਾਹੀਦੇ। So risk is minimal or yes there is a advice here ਜਿਹੜੇ ਕਿ business brokers ਨੇ ਉਹ last 2 years ਜਾਂ 3 years ਦੇ financial profit and loss balance sheets ਉਹਨਾਂ ਨੂੰ ਦਿਖਾਏ ਜਾਂਦੇ ਆ। confidentiality agreement sign ਹੋ ਕੇ they can take any inquiry business ਦੇ ਬਾਰੇ information ਜਿੰਨੀ ਜ਼ਿਆਦਾ ਲੈ ਲੈਣਗੇ ਉਨਾ ਜ਼ਿਆਦਾ ਉਹਨਾਂ ਦਾ ਰਿਸਕ ਉਹ ਘੱਟ ਹੋ ਜਾਏਗਾ। 5 ਸਾਲ 'ਚ ਉਹ ਨਹੀਂ ਮੀਟ ਕਰ ਪਾਉਂਦੇ ਤੇ ਇਹਦੀ ਐਕਸਟੈਂਸ਼ਨ ਸਟ੍ਰੀਮ ਵੀ ਹੈ 2 ਸਾਲ। ਤੁਸੀਂ ਸੇਮ ਜਿਹੜਾ 188A ਵੀਜ਼ਾ ਮਿਲਿਆ ਤੁਹਾਨੂੰ 2 ਸਾਲ ਦੀ ਔਰ ਐਕਸਟੈਂਸ਼ਨ ਮਿਲ ਜਾਂਦੀ ਹੈ ਤੇ 7 ਸਾਲ ਦਾ ਵੀਜ਼ਾ ਤੁਹਾਨੂੰ ਮਿਲ ਸਕਦਾ ਹੈ। ਇਨਵੈਸਟਮੈਂਟ ਅਮਾਊਂਟ ਕਿੰਨੀ ਕਰਨੀ ਹੈ ਕਲਾਇੰਟ ਨੇ ਖੁਦ ਆ ਕੇ ਐਪਲੀਕੈਂਟ ਨੇ ਵੀਜ਼ਾ ਗ੍ਰਾਂਟ ਹੋਣ ਤੋਂ ਬਾਅਦ ਕਰਨੀ ਹੈ। ਕੋਈ ਵੀ ਇਸ 'ਚ ਇਨਵੈਸਟਮੈਂਟ ਇਸ ਤਰ੍ਹਾਂ ਦੀ ਨਹੀਂ ਹੈ ਕਿ ਜਿਹੜੀ ਗਵਰਨਮੈਂਟ ਨੂੰ ਬਿਫੋਰ ਵੀਜ਼ਾ ਦੇਣੀ ਹੈ ਜਾਂ ਕਿਸੇ ਕੰਸਲਟਿੰਗ ਕੰਪਨੀ ਨੂੰ ਜਾਂ ਸਾਨੂੰ ਕਿਸੇ ਦਾ ਵੀ ਰੋਲ ਨਹੀਂ ਹੈ। ਉਹ ਕੰਟਰੋਲ ਇਨਵੈਸਟਮੈਂਟ ਦਾ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਜੇਕਰ ਕਿਸੇ ਬੰਦੇ ਨੇ ਇੱਕ ਕੰਪਨੀ ਬਣਾਉਣੀ ਹੋਵੇ ਤਾਂ ਉਹਦੀਆਂ ਦਫ਼ਤਰਾਂ ਦੇ ਵਿੱਚ ਜੁੱਤੀਆਂ ਘਸ ਜਾਂਦੀਆਂ ਨੇ। ਆਪਾਂ ਪੰਜਾਬੀ 'ਚ ਗੱਲ ਕਰੀਏ, ਆਪਣੀ ਕੰਪਨੀ ਨੂੰ ਫਾਰਮ ਕਰਨ ਦੇ ਵਿੱਚ ਜੁੱਤੀਆਂ ਘਸ ਜਾਂਦੀਆਂ ਨੇ। ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਫਿਰ? ਜਿਹੜੀ EMPLOYEES ਨੇ ਉਹਨਾਂ ਦੀ ਸੈਲਰੀਜ਼ ਇਸ ਟਾਈਮ ਗਵਰਨਮੈਂਟ ਪੇ ਕਰ ਰਹੀ ਹੈ। ਅਸੀਂ ਇਸ ਟਾਈਮ ਵਾਈਲ ਵੀ ਆਰ ਟਾਕਿੰਗ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਅਸੀਂ ਇੱਥੇ ਰਿਸਟ੍ਰਿਕਸ਼ਨਸ ਚੱਲ ਰਹੀਆਂ ਲੇਕਿਨ ਗਵਰਨਮੈਂਟ ਇਜ਼ ਡੂਇੰਗ ਦੇਅਰ ਬੈਸਟ। ਇੱਥੇ ਡੈਥਸ ਲਾਈਫ ਦੀ ਜਿਹੜੀ ਵੈਲਿਊ ਹੈ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ ਤੇ ਇਹ ਸਾਰੀ ਜਿਹੜੀ ਚੀਜ਼ਾਂ ਇਕਨੋਮੀ ਜਿਹੜੀ ਇੱਕ ਹਰ ਪਰਸਨ ਨੂੰ ਪਰਸਨਲ ਤੌਰ ਤੇ ਅਫੈਕਟ ਕਰਦੀਆਂ, ਇਹਨਾਂ ਨੂੰ ਇੱਥੇ ਲੁੱਕ ਆਫਟਰ ਕੀਤਾ ਜਾਂਦਾ ਹੈ ਗਵਰਨਮੈਂਟ ਵੱਲੋਂ। ਕਰੋਨਾ ਦਾ ਚੱਲ ਰਿਹਾ ਸੀ, ਗਵਰਨਮੈਂਟ ਨੇ ਵਿਦਆਊਟ ਐਨੀ ਬਿਜ਼ਨਸ ਗੋਇੰਗ ਸਿੱਧਾ ਜਾ ਕੇ ਉਹਨਾਂ ਤੋਂ ਪੁੱਛਣ ਤੋਂ ਪਹਿਲਾਂ ਗਵਰਨਮੈਂਟ ਨੇ ਖੁਦ ਹੀ ਕਹਿਤਾ ਕਿ ਪਰ EMPLOYEE ਪਰ ਬਿਜ਼ਨਸ ਅਸੀਂ ਤੁਹਾਨੂੰ ਹਰ ਮਹੀਨੇ ਦਾ ਇੰਨਾ ਤੁਹਾਡੇ ਅਕਾਊਂਟ 'ਚ ਦੇ ਦਾਂਗੇ ਸੋ ਦੈਟ ਤੁਸੀਂ ਉਹਨਾਂ ਨੂੰ EMPLOYE ਰੱਖੋ ਕਿ ਉਹਨਾਂ ਨੂੰ ਮਤਲਬ ਜੌਬ 'ਚੋਂ ਨਾ ਕੱਢੋ। ਉਸ ਤਰੀਕੇ ਨਾਲ ਇੱਥੇ ਅਨਇੰਪਲੋਇਮੈਂਟ ਰੇਟ ਹੁਣ ਕਿੰਨੀ ਹੈ? ਲੈਸ ਦੈਨ 5% ਹੈ। ਸਰ, ਜਿਸ ਤਰ੍ਹਾਂ ਰਨਿੰਗ ਬਿਜ਼ਨਸ ਜੇਕਰ ਆਪਾਂ ਕਿਸੇ ਦਾ ਟੇਕ ਓਵਰ ਕਰਦੇ ਹਾਂ, ਜਿਵੇਂ ਕਈਆਂ ਦੀਆਂ ਲਾਇਬਿਲਿਟੀਜ਼ ਬਹੁਤ ਹੁੰਦੀਆਂ ਨੇ, ਕਈਆਂ ਨੇ ਲੋਨਸ ਉਸ ਬਿਜ਼ਨਸ 'ਤੇ ਲਿੱਤੇ ਹੁੰਦੇ ਨੇ, ਉਹ ਫਿਰ ਉਸ ਚੀਜ਼ਾਂ ਦਾ ਕਿਸ ਤਰ੍ਹਾਂ ਪਤਾ ਲੱਗਦਾ? ਜਿਸ ਤਰ੍ਹਾਂ ਫਰਜ਼ ਕਰ ਲਓ ਕਿ ਮੈਂ ਉੱਥੇ ਇੱਕ ਬਿਜ਼ਨਸ ਟੇਕ ਓਵਰ ਕਰਨਾ ਹੈ, ਮੈਂ ਟੇਕ ਓਵਰ ਕਰ ਲਿਆ, ਮੈਨੂੰ ਪਹਿਲਾਂ ਨਹੀਂ ਪਤਾ ਸੀਗਾ ਉਹਨਾਂ ਦੀਆਂ ਕੁਝ ਲਾਇਬਿਲਿਟੀਜ਼ ਵੀ ਸੀਗੀਆਂ, ਉਹ ਮੈਨੂੰ ਬਾਅਦ 'ਚ ਪਤਾ ਲੱਗਿਆ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਵੀ ਕਾਫੀ ਇੱਦਾਂ ਹੁੰਦਾ, ਉਸ ਦਾ ਕੀ ਸਾਰਾ ਕੀ ਲਾਇਬਿਲਿਟੀਜ਼ ਪਹਿਲਾਂ ਹੀ ਪਤਾ ਲੱਗ ਜਾਂਦੀ ਹੈ, ਸਭ ਕੁਝ ਟਰਾਂਸਪੇਰੈਂਟ ਹੁੰਦਾ? 4 ਬਿਜ਼ਨਸ ਦੇਖਦੇ ਹੋ, 4 ਦੀ ਬੁੱਕਸ
ਰੱਖਦੇ ਹੋ, ਆਪਣੇ ਨਾਲ ਅਕਾਊਂਟੈਂਟ ਨਾਲ ਰੱਖਦੇ ਹੋ, ਸੀਏ ਨਾਲ ਰੱਖਦੇ ਹੋ। ਪਲੱਸ ਇੱਥੇ ਜਿਹੜੀ ਸੁਣਵਾਈ ਹੈ ਉਹ ਬਹੁਤ ਮਤਲਬ ਕਲੀਅਰ ਕੱਟ ਹੈ। ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈ ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੋ ਕਿ ਦਿਖਾਇਆ ਕੁਝ ਸੀ ਤੇ ਦੇ ਕੁਝ ਔਰ ਦਿੱਤਾ ਹੈ। ਇੰਡੀਆ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੇ ਏਜੰਟਸ ਨੇ ਜਿਨ੍ਹਾਂ ਨੂੰ ਆਪਾਂ ਏਜੰਟਸ ਕਹਿੰਦੇ ਆ, ਸਟੱਡੀ ਕੰਸਲਟੈਂਟਸ ਕਹਿੰਦੇ ਆ, ਉਹਨਾਂ 'ਚ ਤੇ ਤੁਹਾਡੇ 'ਚ ਫਰਕ ਕੀ ਰਿਹਾ? ਉਹ ਵੀ ਇੰਡੀਆ 'ਚ ਜਿਹੜੇ ਨੇ ਉਹ ਵੀ ਏਜੰਟਸ ਨੇ ਤੇ ਜਿਹੜੇ ਤੁਸੀਂ ਵੀ ਏਜੰਟਸ ਹੋ, ਤੁਹਾਡੇ ਦੋਨਾਂ 'ਚ ਫਰਕ ਕੀ ਰਿਹਾ ਫਿਰ? ਓਨਲੀ ਮਾਰਾ ਏਜੰਟਸ ਨੂੰ ਦਿੱਤੀ ਹੈ ਬਿਕੋਜ਼ ਮਾਰਾ ਏਜੰਟ ਬਣਨ ਲਈ ਤੁਹਾਨੂੰ ਪਹਿਲਾਂ ਟੈਸਟ ਪਾਸ ਕਰਕੇ ਫਿਰ ਪੜ੍ਹਾਈ ਕਰਕੇ ਪੂਰੀ ਲਾਅ ਦੀ, ਉਹਦੇ ਬਾਅਦ ਟੈਸਟ ਪਾਸ ਕਰਕੇ ਫਿਰ ਹੀ ਤੁਹਾਨੂੰ ਲਾਇਸੈਂਸ ਮਿਲਦਾ ਔਰ ਹਰ ਸਾਲ ਤੁਹਾਨੂੰ ਆਪਣਾ ਰਿਨਿਊ ਕਰਨਾ ਪੈਂਦਾ ਹੈ। ਤੇ ਹਰ ਸਾਲ ਮੈਨੂੰ ਆਪਣਾ ਲਾਇਸੈਂਸ ਰਿਨਿਊ ਕਰਨਾ ਪੈਂਦਾ ਹੈ। ਅਗਰ ਤੁਸੀਂ ਆਪਣਾ ਕੰਡਕਟ ਠੀਕ ਨਹੀਂ ਰੱਖਦੇ ਜਾਂ ਕੋਈ ਕੰਪਲੇਂਟ ਆਉਂਦੀ ਹੈ ਤੁਹਾਡੇ ਅਗੇਂਸਟ ਤੇ ਤੁਹਾਡਾ ਲਾਇਸੈਂਸ ਰਿਨਿਊ ਨਹੀਂ ਹੁੰਦਾ। ਏਜੰਟ ਬਣਨ ਦੀ ਵੀ ਕੋਈ ਪੜ੍ਹਾਈ ਨਹੀਂ ਹੁੰਦੀ ਤਾਂ ਮਤਲਬ ਆਸਟ੍ਰੇਲੀਆ ਦੇ ਵਿੱਚ ਇੱਕ ਏਜੰਟ ਬਣਨ ਲਈ ਵੀ ਪੂਰਾ ਟੈਸਟ ਦੇਣਾ ਪੈਂਦਾ ਸਰਕਾਰ ਨੂੰ? ਬਿਲਕੁਲ, ਟੈਸਟ ਦੇ ਕੇ ਐਂਡ ਦੈਨ ਉਹਦੇ ਬਾਅਦ ਲਾਇਸੈਂਸ ਹਰ ਸਾਲ ਰਿਨਿਊ ਹੁੰਦਾ ਹੈ। ਸਾਨੂੰ 16 ਸਾਲ ਹੋ ਗਏ ਨੇ ਲਾਇਸੈਂਸ ਮੇਨਟੇਨ ਕੀਤੇ ਐਂਡ ਇੱਥੇ ਰਹਿੰਦੇ ਸਾਨੂੰ 21 ਸਾਲ ਹੋ ਗਏ ਨੇ, 20 ਤੋਂ 21 ਸਾਲ। ਤਾਂ ਸਾਨੂੰ ਪੂਰਾ ਐਕਸਪੀਰੀਅੰਸ ਹੈ। ਜਿਹੜਾ ਅਸੀਂ ਐਡਵਾਈਸ ਦਵਾਂਗੇ ਜਾਂ ਜਿਹੜਾ ਤੁਹਾਨੂੰ ਦੱਸਾਂਗੇ ਉਹ ਇੱਕ ਜੈਨੂਇਨ ਔਰ ਆਥੈਂਟਿਕ ਐਡਵਾਈਸ ਹੋਏਗਾ। ਜਿੱਦਾਂ ਜਿੱਦਾਂ ਸਮਾਂ ਅੱਗੇ ਵੱਧਦਾ ਜਾ ਰਿਹਾ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਲੋਕਾਂ ਦਾ ਬਾਹਰ ਜਾਣ ਦਾ ਜਿਹੜਾ ਰੁਝਾਨ ਹੈ ਉਹ ਵੱਧਦਾ ਜਾ ਰਿਹਾ, ਚਾਹੇ ਉਹ ਕੈਨੇਡਾ ਹੋਵੇ, ਨਿਊਜ਼ੀਲੈਂਡ ਹੋਵੇ, ਆਸਟ੍ਰੇਲੀਆ ਹੋਵੇ। ਭਰ ਕੇ ਜਹਾਜ਼ ਜਿਹੜੇ ਨੇ ਉਹ ਅੱਜ ਕੱਲ੍ਹ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੇ ਨੇ। ਆਪਣੇ ਦੇਸ਼ ਦੇ ਵਿੱਚ ਰਹਿ ਕੇ ਮਿੱਟੀ ਨਾਲ ਮਿੱਟੀ ਹੋ ਕੇ ਅੱਜ ਕੱਲ੍ਹ ਕੋਈ ਕੰਮ ਨਹੀਂ ਕਰਨਾ ਚਾਹੁੰਦਾ, ਕਿਉਂਕਿ ਕਹਾਵਤ ਵੀ ਹੈ ਕਿ ਦੂਜੇ ਦੀ ਥਾਲੀ 'ਚ ਘਿਓ ਹਮੇਸ਼ਾ ਹਰੇਕ ਨੂੰ ਵੱਧ ਲੱਗਦਾ। ਤਾਂ ਇਸ ਕਰਕੇ ਸਾਰਿਆਂ ਨੂੰ ਜਿਹੜਾ ਲੱਗਦਾ ਕਿ ਸਵਰਗ ਆਪਣੇ ਦੇਸ਼ 'ਚੋਂ ਬਾਹਰ ਨਿਕਲ ਕੇ ਹੀ ਹੈ। ਸਵਰਗ ਜਾਂ ਤਾਂ ਆਸਟ੍ਰੇਲੀਆ ਦੇ ਵਿੱਚ ਹੈ ਜਾਂ ਕੈਨੇਡਾ ਦੇ ਵਿੱਚ ਹੈ ਜਾਂ ਹੋਰ ਵੀ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚ ਹੈ। ਬਹੁਤ ਜ਼ਿਆਦਾ ਜਿਹੜੇ ਲੋਕ ਨੇ ਉਹ ਬਾਹਰ ਜਾਣਾ ਸ਼ੁਰੂ ਹੋ ਗਏ ਨੇ, ਜਿਸ ਕਰਕੇ ਹੁਣ ਬਾਹਰ ਦੇ ਲੋਕ ਵੀ ਜਿਹੜੇ ਨੇ ਉਹ ਕਈ ਅਜਿਹੇ ਕੰਮ ਕਰ ਰਹੇ ਨੇ ਕਿ ਤਾਂ ਕਿ ਜਿਹੜੇ ਇੰਡੀਆ ਤੋਂ ਲੋਕ ਜਿਨ੍ਹਾਂ ਨੇ ਆਉਣਾ ਉਹਨਾਂ ਨੂੰ ਆ ਕੇ ਉੱਥੇ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ, ਕਿਸੇ ਠੱਗੀ ਦਾ ਸ਼ਿਕਾਰ ਨਾ ਹੋਣ। ਜੇਕਰ ਕੋਈ ਆਪਣਾ ਉੱਥੇ ਬਿਜ਼ਨਸ ਕਰਨਾ ਚਾਹੁੰਦੇ ਨੇ, ਚੰਗੀ ਤਰ੍ਹਾਂ ਬਿਜ਼ਨਸ ਕਰ ਸਕਣ, ਉਹ ਬਿਜ਼ਨਸ 'ਚ ਉਹਨਾਂ ਦੇ ਨਾਲ ਕੋਈ ਧੋਖਾਧੜੀ ਨਾ ਹੋਵੇ। ਜਾਂ ਅੱਜ ਕੱਲ੍ਹ ਜਿਸ ਤਰ੍ਹਾਂ ਸਟੂਡੈਂਟ ਬੇਸ 'ਤੇ ਬੱਚੇ ਜਾ ਰਹੇ ਨੇ, ਲੋਕਾਂ ਨੂੰ ਹੋਰ ਨਹੀਂ ਤਰੀਕਾ ਪਤਾ ਕਿ ਅਸੀਂ ਬਾਹਰ ਕਿਸ ਤਰ੍ਹਾਂ ਜਾ ਸਕਦੇ ਹਾਂ। ਸਿਰਫ ਆਪਣੇ ਬੱਚਿਆਂ ਦੇ ਸਹਾਰੇ ਹੀ ਉਹ ਬੈਠੇ ਹੋਏ ਨੇ ਕਿ ਸਟੂਡੈਂਟ ਵੀਜ਼ਾ ਲੱਗੇਗਾ ਤੇ ਬੱਚਾ ਉਹਨਾਂ ਨੂੰ ਬਾਹਰ ਲੈ ਜਾਏਗਾ। ਪਰ ਜੇਕਰ ਸਟੂਡੈਂਟ ਵੀਜ਼ੇ ਦਾ ਆਪਸ਼ਨ ਕਿਸੇ ਕੋਲ ਨਹੀਂ ਹੈਗਾ ਤਾਂ ਬੰਦਾ ਬਾਹਰ ਕਿਵੇਂ ਜਾ ਸਕਦਾ? ਉਹਨੇ ਬਾਹਰ ਵੀ ਜਾਣਾ ਤੇ ਸਟੂਡੈਂਟ ਵੀਜ਼ੇ ਦਾ ਉਹਦੇ ਕੋਲ ਆਪਸ਼ਨ ਨਹੀਂ ਹੈਗਾ ਅਤੇ ਉਹ ਬਾਹਰ ਜਾਣ ਦਾ ਚਾਹਵਾਨ ਹੈ, ਕਿਸ ਤਰ੍ਹਾਂ ਜਾਏਗਾ? ਉਹੀ ਸਭ ਕੁਝ ਅੱਜ ਤੁਹਾਨੂੰ ਅਸੀਂ ਦੱਸਾਂਗੇ। ਸਾਡੇ ਨਾਲ ਆਸਟ੍ਰੇਲੀਆ ਤੋਂ ਸਕਿੱਲ ਵੀਜ਼ਾ ਸਰਵਿਸਿਜ਼ SVS ਤੋਂ ਇਮੀਗ੍ਰੇਸ਼ਨ ਐਕਸਪਰਟਸ, ਬਿਜ਼ਨਸ ਐਕਸਪਰਟਸ ਜੁੜ ਚੁੱਕੇ ਨੇ ਸਾਡੇ ਨਾਲ। ਉਹ ਅੱਜ ਤੁਹਾਨੂੰ ਦੱਸਣਗੇ ਕਿ ਸਟੂਡੈਂਟ ਵੀਜ਼ਾ ਤੋਂ ਇਲਾਵਾ ਤੁਹਾਡੇ ਕੋਲ ਆਪਸ਼ਨ ਕੀ ਹੈ, ਕਿਸ ਤਰ੍ਹਾਂ ਤੁਸੀਂ ਬਾਹਰ ਜਾ ਕੇ ਆਪਣੀ ਜ਼ਿੰਦਗੀ ਸੈਟਲ ਕਰ ਸਕਦੇ ਹੋ। ਸਾਡੇ ਨਾਲ ਇਸ ਸਮੇਂ SVS ਸਕਿੱਲ ਵੀਜ਼ਾ ਸਰਵਿਸਿਜ਼ ਤੋਂ ਮਿਸਟਰ ਸੰਜੀਵ ਅਤੇ ਨਰਿੰਦਰ ਸਾਹੀ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਸਰਨਜੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਮੌਕਾ ਦਿੱਤਾ ਇਸ ਸ਼ੋਅ ਦੇ ਵਿੱਚ ਆਉਣ ਦਾ। ਜੀ ਸਰ। ਸਰ, ਸਭ ਤੋਂ ਪਹਿਲਾਂ ਸਕਿੱਲ ਵੀਜ਼ਾ ਸਰਵਿਸਿਜ਼ ਦੀ ਗੱਲ ਕਰੀਏ, SVS ਦੀ ਗੱਲ ਕਰੀਏ। ਵੀਜ਼ਾ ਸਰਵਿਸਿਜ਼ ਤਾਂ ਬਹੁਤ ਸੁਣੀਆਂ ਨੇ ਕਿ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਵੀ ਬਹੁਤ ਸਟੂਡੈਂਟ ਵੀਜ਼ਾ ਵਾਲੇ ਏਜੰਟ ਬੈਠੇ ਨੇ। ਤੁਸੀਂ ਸਕਿੱਲ ਵੀਜ਼ਾ ਸਰਵਿਸਿਜ਼ ਲਿਖਿਆ ਹੋਇਆ SVS, ਸਕਿੱਲ ਵੀਜ਼ਾ ਸਰਵਿਸਿਜ਼ ਹੈ ਕੀ ਹੈ? ਕਿਹੜੇ ਸਕਿੱਲਸ ਤੇ ਤੁਸੀਂ ਵੀਜ਼ਾ ਕਰਵਾਉਂਦੇ ਹੋ? ਜੀ, ਸਕਿੱਲ ਵੀਜ਼ਾ ਸਰਵਿਸਿਜ਼ ਸਾਡੇ ਬਿਜ਼ਨਸ ਦਾ ਨਾਮ ਹੈ ਐਂਡ ਅਸੀਂ ਤੇ 16 ਸਾਲ ਤੋਂ ਐਜ਼ ਅ ਰਜਿਸਟਰਡ ਇਮੀਗ੍ਰੇਸ਼ਨ ਏਜੰਟ, ਮਾਰਾ ਏਜੰਟ ਆਸਟ੍ਰੇਲੀਆ ਤੋਂ ਆਪਰੇਟ ਕਰ ਰਹੇ ਹਾਂ। ਤੇ ਸਾਡਾ ਇੱਕ ਆਫਿਸ ਚੰਡੀਗੜ੍ਹ 'ਚ ਵੀ ਹੈ ਐਂਡ ਬੀਇੰਗ ਅ ਮਾਰਾ ਏਜੰਟ ਅਸੀਂ ਸਾਰੇ ਹੀ ਵੀਜ਼ਾਸ ਕਰਦੇ ਹਾਂ, ਬਟ ਜਿਹੜੀ ਸਾਡੀ ਸਪੈਸ਼ਲਾਈਜੇਸ਼ਨ ਹੈ ਉਹ ਸਕਿਲਡ ਐਂਡ ਬਿਜ਼ਨਸ ਵੀਜ਼ਾਸ 'ਚ ਸਪੈਸੀਫਿਕਲੀ ਹੈ। ਓਕੇ। ਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਸੀਗੀ ਕਿ ਆਸਟ੍ਰੇਲੀਅਨ ਇਮੀਗ੍ਰੇਸ਼ਨ ਇੱਕ ਹਿਸਾਬ ਦੀ ਤੁਹਾਡੀ ਆਸਟ੍ਰੇਲੀਆ ਤੋਂ ਤੁਸੀਂ ਆਪਰੇਟ ਕਰਦੇ ਹੋ, ਪਰ ਜਿਹੜਾ ਤੁਸੀਂ ਨਿਊਜ਼ੀਲੈਂਡ ਦਾ ਵੀ ਲਾਇਸੈਂਸ ਜਿਹੜਾ ਲਿੱਤਾ ਹੋਇਆ ਹੈ, ਜੇਕਰ ਤੁਸੀਂ ਆਸਟ੍ਰੇਲੀਆ 'ਚ ਆਪਰੇਟ ਕਰਦੇ ਹੋ ਕਿ ਨਾਲ ਤੁਸੀਂ ਨਿਊਜ਼ੀਲੈਂਡ 'ਚੋਂ ਵੀ ਆਪਰੇਟ ਕਰਦੇ ਹੋ, ਉੱਥੇ ਵੀ ਤੁਸੀਂ ਵੀਜ਼ਾ ਸਰਵਿਸਿਜ਼ ਜਿਹੜੀ ਹੈ ਲੋਕਾਂ ਨੂੰ ਪ੍ਰੋਵਾਈਡ ਕਰਦੇ ਹੋ? ਹਾਂਜੀ, ਸਾਡੇ ਕੋਲ 2 ਲਾਇਸੈਂਸ ਨੇ ਜਿਹੜੇ ਫੁੱਲ ਲਾਇਸੈਂਸ ਨੇ, ਇੱਕ ਮਾਰਾ ਦਾ ਤੇ ਇੱਕ ਨਿਊਜ਼ੀਲੈਂਡ ਦਾ। ਉਹਦਾ ਮਤਲਬ ਆ ਹੈ ਕਿ ਅਸੀਂ ਕੋਈ ਵੀ ਵੀਜ਼ਾ ਸਬ ਕਲਾਸ ਜਿਹੜੀ ਮਾਈਗ੍ਰੇਸ਼ਨ ਲਾਅ ਦੇ ਅੰਡਰ ਆਂਦੀ ਹੈ ਉਹਦੇ 'ਚ ਇੱਕ ਤੁਹਾਨੂੰ ਪ੍ਰੋਪਰ ਐਡਵਾਈਸ ਦੇ ਸਕਦੇ ਹਾਂ ਐਂਡ ਵੀ ਆਰ ਅਪੁਆਇੰਟਡ ਬਾਈ ਇਮੀਗ੍ਰੇਸ਼ਨ ਡਿਪਾਰਟਮੈਂਟ ਟੂ ਗਿਵ ਐਡਵਾਈਸ। ਮਾਰਾ ਏਜੰਟ ਦਾ ਮਤਲਬ ਆਹੀ ਹੁੰਦਾ ਹੈ ਕਿ ਤੁਹਾਡੇ ਕੋਲ ਇੰਨੀ ਨੌਲੇਜ ਐਂਡ ਐਕਸਪੀਰੀਅੰਸ ਹੈ ਕਿ ਜਿਹੜਾ ਤੁਸੀਂ ਐਡਵਾਈਸ ਦੋਗੇ ਉਹ ਤੁਹਾਨੂੰ
ਸਹੀ ਐਡਵਾਈਸ ਹੋਏਗਾ ਤੇ ਓਨੈਸਟ ਐਡਵਾਈਸ ਹੋਏਗਾ। ਸਰ ਜਿਸ ਤਰ੍ਹਾਂ ਆਪਣਾ ਅੱਜ ਕੱਲ੍ਹ ਰੁਝਾਨ ਬਹੁਤ ਲੋਕਾਂ ਦਾ ਬਾਹਰ ਜਾਣ 'ਚ ਵਧਿਆ ਹੋਇਆ, ਪਰ ਲੋਕਾਂ ਦੇ ਕੋਲ ਰਾਹ ਇੱਕੋ ਹੀ ਦਿਖਦਾ ਹੈ। ਜਦੋਂ ਆਪਾਂ ਗੱਲ ਕਰੀਏ, ਹਰੇਕ ਮਾਂ ਪਿਓ ਆਪਣੇ ਇੱਥੇ ਭਾਰਤ ਦੇ ਵਿੱਚ ਬੱਚਿਆਂ ਨੂੰ 12ਵੀਂ ਤੋਂ ਬਾਅਦ ਕਹਿਣਾ ਸ਼ੁਰੂ ਕਰ ਦਿੰਦੇ ਨੇ, ਬੱਚੇ ਤੂੰ ਆਇਲਸ ਦੀ ਤਿਆਰੀ ਕਰ ਲੈ, ਤੈਨੂੰ ਆਪਾਂ ਸਟੂਡੈਂਟ ਵੀਜ਼ਾ ਤੇ ਬਾਹਰ ਭੇਜਣਾ। ਕੀ ਸਟੂਡੈਂਟ ਵੀਜ਼ਾ ਹੀ ਇੱਕੋ ਇੱਕ ਰਾਹ ਹੈਗਾ ਬਾਹਰ ਜਾਣ ਦੇ ਲਈ? ਹੋਰ ਕਿਹੜੇ ਕਿਹੜੇ ਰਾਹ ਹੈਗੇ ਨੇ? ਦੇਖੋ ਜੀ, ਅਗਰ ਰਾਹ ਦੀ ਗੱਲ ਕਰੀਏ ਤੇ ਜਿਹੜਾ ਸਕਿਲਡ ਮਾਈਗ੍ਰੇਸ਼ਨ ਹੈ, ਇੱਕ ਤੇ ਉਹ ਪਾਥਵੇ ਹੈਗਾ ਜਿਹਦੇ ਵਿੱਚ ਕਿ ਐਪਲੀਕੈਂਟ ਆਪਣੇ ਪੁਆਇੰਟਸ ਬਣਾ ਕੇ ਐਲੀਜੀਬਿਲਿਟੀ ਮੀਟ ਕ੍ਰਾਈਟੇਰੀਆ ਮੀਟ ਕਰਦਾ ਹੈ। ਤੇ ਜਿਹੜੇ ਪ੍ਰੋਗਰਾਮ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਤਾਂ ਇਹਦੇ ਬਾਰੇ ਬਹੁਤ ਹੀ ਘੱਟ ਜਾਣਕਾਰੀ ਹੈ, ਸਪੈਸ਼ਲੀ ਇੰਡੀਆ ਦੇ ਵਿੱਚ, ਕਿ ਇਹੋ ਜਿਹੇ ਪ੍ਰੋਗਰਾਮ ਵੀ ਐਗਜ਼ਿਸਟ ਕਰਦੇ ਆ। ਕਿਉਂਕਿ ਬਹੁਤ ਸਾਰੇ ਸਾਨੂੰ ਇੱਥੇ ਸਟੂਡੈਂਟਸ ਮਿਲਦੇ ਨੇ ਜਾਂ ਫੈਮਿਲੀਜ਼ ਮਿਲਦੇ ਨੇ ਜਿਨ੍ਹਾਂ ਦੇ ਪੇਰੈਂਟਸ ਆਲਰੇਡੀ ਬਿਜ਼ਨਸ ਕਰ ਰਹੇ ਨੇ ਇੰਡੀਆ 'ਚ, ਤੇ ਉਹਨਾਂ ਦੇ ਬੱਚੇ ਇੱਥੇ ਆ ਕੇ ਪੜ੍ਹਨ ਆ ਜਾਂਦੇ ਨੇ, ਤੇ ਉਹ ਬਾਅਦ ਦੇ ਵਿੱਚ ਉਹ ਕੁਝ ਸੈਟਲ ਹੋ ਜਾਂਦੇ, ਕੁਝ ਨਹੀਂ ਹੁੰਦੇ, ਲੇਕਿਨ ਪੇਰੈਂਟਸ ਆਲਰੇਡੀ ਐਲੀਜੀਬਲ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਬਿਜ਼ਨਸ ਦੇ ਟਰਨਓਵਰ ਉੱਥੇ ਨੇ ਜਿਹੜੇ ਕਿ ਮਿਨੀਮਮ ਰਿਕੁਆਇਰਮੈਂਟ ਮੀਟ ਕਰ ਰਹੇ ਨੇ ਆਸਟ੍ਰੇਲੀਆ ਦੀ। ਤੇ ਉਹ ਉਹਨਾਂ ਦੇ ਲਈ ਓਪਰਚੁਨਿਟੀ ਇੱਕ ਪ੍ਰੋਗਰਾਮ ਹੈਗਾ ਕਿ ਉਹ ਆਪਣਾ ਸਕਿੱਲ, ਬੇਸਿਕਲੀ ਬਿਜ਼ਨਸ ਦਾ ਸਕਿੱਲ ਜਿਹੜਾ ਹੈ ਉਹ ਤੇ ਨਾਲ ਆਪਣੀ ਇਨਵੈਸਟਮੈਂਟ ਇੱਥੇ ਲੈ ਕੇ ਆਉਣ, ਤੇ ਅਲੋਂਗ ਵਿਦ ਦ ਫੈਮਿਲੀ ਉਹ ਆਪਣੇ ਫੈਮਿਲੀ ਦੇ ਨਾਲ ਇੱਥੇ 5 ਸਾਲ ਦਾ ਵੀਜ਼ਾ ਮਿਲਦਾ, ਉਹਦੇ ਵਿੱਚ ਆ ਕੇ ਆਪਣੇ ਬਿਜ਼ਨਸ ਨੂੰ ਸਟੈਬਲਿਸ਼ ਕਰਨ ਤੇ ਰਨ ਕਰਕੇ ਦਿਖਾਣ, ਪ੍ਰੂਵ ਕਰਨ, ਇਨਵੈਸਟਮੈਂਟ ਲੈ ਕੇ ਆਣ, ਤੇ ਇਸ ਪਾਥਵੇ ਦੇ ਥਰੂ ਉਹ ਆਪਣੀ ਪੂਰੀ ਦੀ ਪੂਰੀ ਫੈਮਿਲੀ ਨੂੰ ਮਾਈਗ੍ਰੇਟ ਕਰ ਸਕਦੇ ਹੈ ਔਰ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰ ਸਕਦੇ ਹਾਂ। ਆਪਾਂ ਇਸ ਨੂੰ ਬਿਜ਼ਨਸ ਵੀਜ਼ਾ ਕਹਿ ਸਕਦੇ ਹਾਂ। ਹਾਂਜੀ, ਇਹ ਬਿਜ਼ਨਸ ਵੀਜ਼ਾ ਹੈ। ਸਬ ਕਲਾਸ ਇਹਦੀ ਡਿਪਾਰਟਮੈਂਟ ਆਫ ਹੋਮ ਅਫੇਅਰ ਨੇ ਜੋ ਇਹਦੀ ਸਬ ਕਲਾਸ ਅਸਾਈਨ ਕੀਤੀ ਹੈ 188A ਹੈ। ਇਸ ਨੂੰ ਇਨੋਵੇਸ਼ਨ ਸਟਰੀਮ ਦਾ ਨਾਮ ਦਿੱਤਾ ਗਿਆ, ਜਿਹਦੇ ਵਿੱਚ ਕਿ ਇਨਵੈਸਟਮੈਂਟ ਤੇ ਐਕਸਪੀਰੀਅੰਸ ਦੋਨਾਂ ਨੂੰ ਇੱਥੇ ਲਿਆਉਣ ਦੇ ਲਈ ਵੈਲਕਮ ਕੀਤਾ ਜਾਂਦਾ ਹੈ। ਹਰ ਇੱਕ ਸਟੇਟ ਦੇ ਪ੍ਰੋਗਰਾਮ ਨੇ ਆਪਣੇ ਆਪਣੇ ਸਟੇਟ ਦੀ ਇਨਵੈਸਟਮੈਂਟ ਰਿਕੁਆਇਰਮੈਂਟ ਹੈ। ਸਿਡਨੀ, ਮੈਲਬਰਨ, ਇਹ ਜਿਹੜੀ ਮੇਜਰ ਸਿਟੀਜ਼ ਨੇ, ਇਸ ਤੋਂ ਇਲਾਵਾ ਸਾਰੀ ਦੀ ਸਾਰੀ ਸਟੇਟਸ ਆਪਣੇ ਇਸ ਪ੍ਰੋਗਰਾਮ ਨੂੰ ਰਨ ਕਰਦੀਆਂ ਤੇ ਆਪਣੇ ਸਟੇਟ 'ਚ ਇਨਵੈਸਟਮੈਂਟ ਲੈ ਕੇ ਆਉਂਦੀਆਂ। ਔਰ ਇੱਕ ਚੀਜ਼ ਹੋਰ ਮੈਂ ਸਮਝੀ ਦੇ 'ਚ ਐਡ ਕਰਨਾ ਚਾਹੁੰਦਾ ਕਿ ਇੰਡੀਆ 'ਚ ਬਿਕੋਜ਼ ਅਸੀਂ ਬਿਜ਼ਨਸ ਇੱਥੇ ਵੀ ਕਰ ਰਹੇ ਹਾਂ ਤੇ ਇੰਡੀਆ 'ਚ ਵੀ ਕਰ ਰਹੇ ਹਾਂ, ਜਿਹੜਾ ਬਿਜ਼ਨਸ ਵੀਜ਼ਾ ਹੈ ਆਊਟ ਆਫ 100% ਜਿਹੜੇ ਵੀਜ਼ਾ ਲੱਗਦੇ ਨੇ ਇੰਡੀਆ 'ਚ 1% ਤੋਂ ਵੀ ਘੱਟ 1% ਤੋਂ ਵੀ ਘੱਟ ਵੀਜ਼ੇ ਲੱਗਦੇ ਨੇ। ਟੋਟਲ ਵੀਜ਼ੇ ਜਿਹੜੇ ਇਸ ਸਾਲ ਦੇ 2021-22 ਦੇ ਗਵਰਨਮੈਂਟ ਨੇ ਐਲੋਕੇਟ ਕੀਤੇ ਨੇ ਉਹ ਹੈਗੇ ਨੇ 13,500 ਤੇ ਪਿਛਲੇ ਸਾਲ ਤੱਕ ਨੋਟ ਲੈਸ ਦੈਨ 1% ਵੀਜ਼ਾ ਇੰਡੀਆ ਤੋਂ ਗ੍ਰਾਂਟ ਹੋਇਆ ਹੈ। ਇਸ ਵੀਜ਼ੇ ਦੀ ਕਿੰਨੀ ਮਤਲਬ ਇਨਫੋਰਮੇਸ਼ਨ ਹੀ ਨਹੀਂ ਹੈ ਜਾਂ ਤਰੀਕੇ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਕਿੱਦਾਂ ਵਰਕਆਊਟ ਹੋ ਰਿਹਾ ਹੈ। ਬਟ ਫਰੋਮ ਇਕਨੋਮਿਕ ਪੁਆਇੰਟ ਆਫ ਵਿਊ अगर तुसी लाओ चाइना और इंडिया समवॉट बोथ आर सुपर पावर्स और 80% वीजे मोर देन 85% वीजा चाइना तो ग्रांट होता है ਇਹਦਾ ਬਿਜ਼ਨਸ ਵੀਜ਼ਾ। ਇੰਡੀਆ ਤੋਂ ਲੋਕ ਨੇ ਜਿਨ੍ਹਾਂ ਨੂੰ ਇਸ ਦੀ ਨੌਲੇਜ ਹੈ। 80% ਵੀਜ਼ਾ ਚਾਈਨਾ ਤੋਂ ਹੋ ਰਿਹਾ, ਇੰਡੀਆ ਤੋਂ 1% ਐਂਡ ਬਿਲੋ ਹੋ ਰਿਹਾ। ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਕਿ ਇਹਦੀ ਨੌਲੇਜ ਹੀ ਨਹੀਂ ਹੈ ਜਾਂ ਪਤਾ ਹੀ ਨਹੀਂ ਹੋ ਕਿੱਦਾਂ ਸਕਦਾ ਹੈ ਲੋਕਾਂ ਦਾ। ਇੰਡੀਆ ਦੇ ਵਿੱਚ ਕੀ ਹੈ ਕਿ ਇੰਡੀਆ 'ਚ ਜ਼ਿਆਦਾ ਸਟੂਡੈਂਟਸ ਵੀਜ਼ਾ ਜਿਹੜੇ ਫੈਮਿਲੀਜ਼ ਐਲੀਜੀਬਲ ਹੋ ਸਕਦੇ ਨੇ ਐਜ਼ ਅ ਬਿਜ਼ਨਸ ਇਨਵੈਸਟਰ ਕੈਟਾਗਰੀ, ਉਹਨਾਂ ਨੂੰ ਵੀ ਕੰਸਲਟੈਂਟ, ਬਿਕੋਜ਼ ਉਹਨਾਂ ਕੋਲ ਨੌਲੇਜ ਨਹੀਂ ਹੈ ਤੇ ਉਹ ਇਸ ਪਾਸੇ ਸਟੂਡੈਂਟ ਵਾਲੀ ਸਾਈਡ ਹੀ ਭੇਜ ਦਿੰਦੇ ਉਹਨਾਂ ਨੂੰ। ਜਦ ਕਿ ਅੰਡਰ ਇਸ ਦੇ ਵਿੱਚ ਵੀਜ਼ਾ ਦੇ ਵਿੱਚ 23 ਇਅਰਸ ਤੱਕ ਦੇ ਬੱਚੇ ਡਿਪੈਂਡੈਂਟ ਆਪਣੇ ਪੇਰੈਂਟਸ ਨਾਲ ਐਜ਼ ਅ ਇਨਵੈਸਟਰ ਕੈਟਾਗਰੀ ਦੇ ਵਿੱਚ ਕੁਆਲੀਫਾਈ ਕਰ ਸਕਦੇ ਨੇ। ਇਟ ਇਜ਼ ਐਜ਼ ਗੁੱਡ ਐਜ਼ ਜਿਸ ਤਰ੍ਹਾਂ ਕੈਨੇਡਾ ਦੇ ਬਿਜ਼ਨਸ ਵੀਜ਼ਾ ਪ੍ਰੋਗਰਾਮ ਹੈ, ਆਸਟ੍ਰੇਲੀਆ ਦਾ ਵੀ ਆਪਣਾ ਪ੍ਰੋਗਰਾਮ ਇਹ ਹੈਗਾ ਜਿਹਦੇ 'ਚ ਕਿ ਇਨਵੈਸਟਮੈਂਟ ਦੇ ਪ੍ਰੋਵੀਜ਼ਨਲ ਵੀਜ਼ਾ ਦੇ ਕੇ ਉਹਨਾਂ ਨੂੰ ਅਲਾਓ ਕੀਤਾ ਜਾਂਦਾ ਹੈ ਕਿ ਤੁਸੀਂ ਇੱਥੇ ਆਪਣਾ ਬਿਜ਼ਨਸ ਆ ਕੇ ਰਨ ਕਰੋ ਐਂਡ ਉਸ ਤੋਂ ਬਾਅਦ ਤੁਹਾਨੂੰ PR ਦੇ ਲਈ ਐਲੀਜੀਬਲ ਹੋ ਜਾਂਦੇ ਹੋ। ਬਿਜ਼ਨਸ ਵੀਜ਼ਾ ਸਰ ਹੋਏਗਾ ਕਿਸ ਤਰ੍ਹਾਂ ਦਾ? ਮਤਲਬ ਕਿੱਦਾਂ ਦੇ ਇਹਦੇ ਵਿੱਚ ਜਿਹੜਾ ਇਨਵੈਸਟਰ ਹੋਏਗਾ ਉਹਨੂੰ ਫੈਸਿਲਿਟੀਜ਼ ਮਿਲਣਗੀਆਂ? ਜਿਸ ਤਰ੍ਹਾਂ ਜੇਕਰ ਉਹਨੇ ਆਪਣੀ ਸਾਰੀ ਫੈਮਿਲੀ ਨੂੰ ਲੈ ਕੇ ਆਉਣਾ, ਕੀ ਉਹ PR ਬੇਸ ਤੇ ਆਏਗਾ ਜਾਂ ਕੀ ਉਹ ਵਰਕ ਪਰਮਿਟ ਤੇ ਆਏਗਾ ਜਾਂ ਸਿਰਫ ਉਹ ਬਿਜ਼ਨਸ ਕਰਨ ਦਾ ਉਹਨੂੰ ਅਲਾਉਡ ਕੀਤਾ ਜਾਏਗਾ? ਤੇ ਨਾਲ ਉਹਦੇ ਫੈਮਿਲੀ ਦੇ ਕਿੰਨੇ ਕੁ ਮੈਂਬਰਸ ਜਿਹੜੇ ਨੇ ਉਸ ਵੀਜ਼ੇ ਦੇ ਨਾਲ ਆ ਸਕਦੇ ਨੇ? ਜਿਹੜੇ ਬਿਜ਼ਨਸ ਵੀਜ਼ਾ ਦੀ ਫੈਮਿਲੀ, ਇਹ ਪੂਰਾ ਅੰਡਰ 23 ਇਅਰਸ ਤੱਕ ਦੀ ਏਜ ਤੱਕ ਦੇ ਡਿਪੈਂਡੈਂਟ ਇਹਦੇ ਵਿੱਚ ਫੈਮਿਲੀ ਮੈਂਬਰ ਇੰਕਲੂਡ ਹੋ ਸਕਦੇ ਐਜ਼ ਲੌਂਗ ਐਜ਼ ਉਹ ਡਿਪੈਂਡੈਂਟ ਨੇ ਆਪਣੇ ਪੇਰੈਂਟਸ ਦੇ, ਕੰਟੀਨਿਊਸ ਸਟੱਡੀਜ਼ ਨੇ, ਉਹ ਇਹਦੇ ਵਿੱਚ ਪੂਰੀ ਫੈਮਿਲੀ ਦਾ ਐਜ਼ ਅ ਸੈਕੰਡਰੀ ਐਪਲੀਕੈਂਟ ਆ ਸਕਦੇ ਨੇ।
ਦੂਸਰਾ ਇਹਦਾ ਵਿੱਚ ਫਾਇਦਾ ਇਹ ਹੈ ਕਿ ਕੁਝ ਸਟੇਟਸ ਦੇ ਜਿਹੜੇ ਸਟੇਟਸ ਨੇ, ਇਹ ਜਿਹੜੇ ਬੱਚੇ ਇਹਨਾਂ ਦੇ ਇਸ ਵੀਜ਼ਾ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਐਜੂਕੇਸ਼ਨ ਫ੍ਰੀ ਹੈਗੀ ਹੈ ਤੇ ਦੇ ਕੈਨ ਸਟੱਡੀ ਹੇਅਰ। ਨਾ ਅਗਰ ਉਹ ਸਕੂਲ ਐਜੂਕੇਸ਼ਨ ਦੇ ਵਿੱਚ ਹੈ ਤੇ ਸਕੂਲ ਐਜੂਕੇਸ਼ਨ ਸਟੇਟ ਟੂ ਸਟੇਟ ਔਨ ਅ ਗਿਵਨ ਟਾਈਮ ਉਹ ਆਪਣੀ ਇਸ ਵੀਜ਼ਾ ਹੋਲਡਰਸ ਨੂੰ ਦੇ ਬੱਚੇ ਜਿਹੜੇ ਸਕੂਲਸ ਨੇ ਉਹਨਾਂ ਨੂੰ ਫ੍ਰੀ ਪੜ੍ਹਦੇ ਨੇ, ਐਜੂਕੇਸ਼ਨ ਫ੍ਰੀ ਹੈ ਉਹਨਾਂ ਦੇ। ਔਰ ਟੈਂਪਰੇਰੀ ਵੀਜ਼ਾ ਹੈ, ਟੈਂਪਰੇਰੀ ਵੀਜ਼ਾ ਪਹਿਲਾਂ ਮਿਲਦਾ ਜਦੋਂ ਗ੍ਰਾਂਟ ਹੁੰਦਾ ਹੈ ਐਂਡ ਉਹਦੇ ਬਾਅਦ ਉਹ ਵੀਜ਼ਾ 5 ਸਾਲ ਦਾ ਹੁੰਦਾ ਹੈ ਐਂਡ 3 ਸਾਲ ਬਾਅਦ ਹੁਣ ਜਿਹੜੇ ਨਵੇਂ ਰੂਲ ਆਏ ਨੇ 1 ਜੁਲਾਈ 2021 ਤੋਂ 3 ਸਾਲ ਬਾਅਦ ਤੁਸੀਂ ਆਪਣਾ ਬਿਜ਼ਨਸ ਆਸਟ੍ਰੇਲੀਆ 'ਚ ਐਸਟੈਬਲਿਸ਼ ਕਰਕੇ ਉਹਦਾ ਟਰਨਓਵਰ ਦਿਖਾ ਕੇ ਤੁਸੀਂ ਆਪਣੀ ਪੀਆਰ ਪਾ ਸਕਦੇ ਹੋ। ਮਤਲਬ ਇਹਦੇ ਵਿੱਚ ਜਿਸ ਤਰ੍ਹਾਂ ਕੈਨੇਡਾ ਲੋਕ ਤਾਂ ਜਾਂਦੇ ਨੇ ਕਿ ਉਹ ਕਹਿੰਦੇ ਨੇ ਕਿ ਉੱਥੇ ਜਾ ਕੇ ਪੀਆਰ ਬਹੁਤ ਸੌਖੀ ਮਿਲ ਜਾਂਦੀ ਹੈ, 3.5 ਸਾਲਾਂ ਬਾਅਦ ਮਿਲ ਜਾਂਦੀ ਹੈ ਜਾਂ 4 ਸਾਲਾਂ ਬਾਅਦ ਮਿਲ ਜਾਂਦੀ ਹੈ। ਇੱਥੇ ਉਸ ਦਾ ਕੀ ਹੈਗਾ, ਮਤਲਬ ਪਹਿਲਾਂ 5 ਸਾਲ ਉੱਥੇ ਅਸੀਂ ਕੰਮ ਕਰਕੇ ਦਿਖਾਣਾ, ਸਰਕਾਰ ਨੂੰ ਆਪਣੀ ਟਰਨਓਵਰ ਦਿਖਾਣੀ ਹੈ, ਫਿਰ ਜਾ ਕੇ ਪੀਆਰ ਹੋਏਗੀ? ਨਹੀਂ ਨਹੀਂ ਨਹੀਂ, ਇਹਨੂੰ ਅਗਰ ਸਿੰਪਲੀਫਾਈਡ ਤਰੀਕੇ ਨਾਲ ਦਸੀਏ, ਆਈਲ ਮੇਕ ਇਟ ਵੈਰੀ ਸਿੰਪਲੀਫਾਈਡ। ਜਿਹੜਾ ਵੀਜ਼ਾ ਸਬ ਕਲਾਸ ਹੈ 188A, ਇਹ 'ਚ ਬਿਜ਼ਨਸਮੈਨ ਲਈ ਹੈ, ਬਿਜ਼ਨਸ ਓਨਰ ਲਈ ਹੈ। ਉਹਨਾਂ ਦਾ ਜਿਹੜੀ ਸਟੇ ਰਿਕੁਆਇਰਮੈਂਟ ਹੈ ਉਹ ਹੈ ਅਗਰ 3 ਸਾਲਾਂ ਬਾਅਦ ਤੁਸੀਂ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ, 3 ਸਾਲ ਦੀ ਲਿਮਿਟ ਹੈ। ਉਹਦੇ ਚੋਂ ਜਿਹੜਾ ਸਟੇ ਹੈ ਉਹ 1 ਸਾਲ ਦਾ ਚਾਹੀਦਾ ਆਸਟ੍ਰੇਲੀਆ 'ਚ। ਤੁਹਾਨੂੰ 3 ਸਾਲ ਬਿਜ਼ਨਸ ਚਲਾਉਣਾ ਹੈ ਬਟ 1 ਸਾਲ ਦਾ ਸਟੇ ਦੀ ਰਿਕੁਆਇਰਮੈਂਟ ਹੈ। ਫਿਰ ਇੱਕ ਵੀਜ਼ਾ ਆਉਂਦਾ 188B, ਇਨਵੈਸਟਰ ਲੋਕਾਂ ਲਈ ਜਿਹੜੇ ਆਸਟ੍ਰੇਲੀਆ ਆ ਕੇ ਇਨਵੈਸਟ ਕਰਨਾ ਚਾਹੁੰਦੇ ਨੇ। ਉਹਦੇ 'ਚ ਉਹਨਾਂ ਦਾ ਸਟੇ 2 ਸਾਲ out of 3 years होना चाहिए, two out of 3 years। ਉਹਦੇ ਬਾਅਦ they can apply for the PR। 5 ਸਾਲ ਦਾ ਨਹੀਂ, 3 ਸਾਲ ਦਾ ਰੱਖਿਆ ਇਹਨਾਂ ਨੇ। 5 ਸਾਲ ਮੈਕਸਿਮਮ ਡਿਊਰੇਸ਼ਨ ਹੈ ਜਿਹਦੇ ਵਿੱਚ 3 ਸਾਲ ਦਾ ਦੇ ਬਾਅਦ ਉਹ ਐਲੀਜੀਬਲ ਹੋ ਜਾਂਦੇ ਬਿਜ਼ਨਸ ਰਨ ਕਰਨਾ, ਬਿਕੋਜ਼ ਤੁਸੀਂ ਇਨਵੈਸਟਮੈਂਟ ਜਿਹੜੀ ਹੈ ਨਾ, ਐਪਲੀਕੈਂਟ ਨੇ ਜੋ ਇਨਵੈਸਟਮੈਂਟ ਸਟੇਟ ਨੇ ਨਾਲ ਕਮਿਟ ਕੀਤੀ ਹੈ ਉਹ ਵੀਜ਼ਾ ਆਉਣ ਤੋਂ ਬਾਅਦ ਇੱਥੇ ਆਪਣੀ ਕੰਪਨੀ ਸੈਟਅਪ ਕਰਕੇ ਉਸ ਕੰਪਨੀ ਦੇ ਵਿੱਚ ਲਿਆ ਕੇ ਬਿਜ਼ਨਸ ਨੂੰ ਜਾਂ ਰਨਿੰਗ ਬਿਜ਼ਨਸ ਬਾਏ ਕਰ ਸਕਦੇ ਹੋ। ਜਿਵੇਂ ਕਿ ਬਿਜ਼ਨਸਿਸ ਦੇ ਇੱਥੇ ਜਨਰਲੀ ਟਾਈਪ ਰਨਿੰਗ ਬਿਜ਼ਨਸ ਹੁੰਦਾ ਹੈ, ਨੋਟ ਲਾਈਕ ਇੰਡੀਆ। ਇੱਥੇ ਨਾ ਵਨ ਆਫ ਦਾ ਥਿੰਗ ਆਪਣੇ ਇੰਡੀਆ 'ਚ ਨਹੀਂ ਲੋਕਾਂ ਨੂੰ ਪਤਾ ਕਿ ਇੱਥੇ ਬਿਜ਼ਨਸਿਸ ਜਿਹੜੇ ਸਕਸੈਸਫੁਲ ਬਿਜ਼ਨਸ ਰਨ ਹੋ ਰਹੇ ਨੇ ਉਹ ਸੇਲ ਹੋ ਜਾਂਦੇ ਨੇ। ਤਾਂ ਅਸੀਂ ਉਹਨਾਂ ਦੇ ਨਾਲ ਸਾਡੀ ਟੀਮ ਹੈ ਇੱਥੇ ਜਿਹੜੀ ਕਿ ਅਕਾਊਂਟੈਂਟਸ ਦੀ, ਬਿਜ਼ਨਸ ਬ੍ਰੋਕਰਸ ਦੀ, ਅਸੀਂ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਐਡਵਾਈਸ ਕਰਦੇ ਹਾਂ ਕਿ ਤੁਸੀਂ ਆਪ ਬਿਜ਼ਨਸ ਰਨਿੰਗ ਫਰੋਮ ਡੇ 1 ਤੁਸੀਂ ਇਹਨੂੰ, ਜਿਸ ਤਰ੍ਹਾਂ ਸਰਵਿਸ ਸਟੇਸ਼ਨ ਹੋ ਗਏ, ਫਰੈਂਚਾਈਜ਼ੀ ਬਿਜ਼ਨਸ ਹੋ ਗਏ, ਲਾਈਕ ਪੋਸਟ ਆਫਿਸਿਸ ਹੈ, ਸੈਮੀ ਗਵਰਨਮੈਂਟ ਫਰੈਂਚਾਈਜ਼ੀ ਬਿਜ਼ਨਸਿਸ ਹੈ, ਉਸ ਦੇ ਵਿੱਚ ਉਹ ਫਰੋਮ ਡੇ 1 ਦੇ ਕੈਨ ਬਾਏ ਦੈਟ ਬਿਜ਼ਨਸ। ਉਹ ਜਿਸ ਤਰ੍ਹਾਂ ਪ੍ਰੋਪਰਟੀ ਪਰਚੇਜ਼ ਹੁੰਦੀ ਹੈ ਉਸ ਤਰੀਕੇ ਨਾਲ ਹੀ ਉਹ ਬਿਜ਼ਨਸ ਦੇ ਓਨਰ ਬਣ ਜਾਂਦੇ ਨੇ ਤੇ ਓਨਰ ਐਜ਼ ਅ ਮੈਨੇਜ ਕੰਟਰੋਲ ਕਰਕੇ ਬਿਜ਼ਨਸ 1 ਸਾਲ ਬਾਅਦ ਉਹ ਆਪਣੇ ਬਿਜ਼ਨਸਿਸ ਦੀ ਰਿਟਰਨਸ ਵਗੈਰਾ ਜੋ ਡਾਕੂਮੈਂਟੇਸ਼ਨ ਕਰਕੇ ਉਸ ਤੋਂ ਬਾਅਦ ਉਹ ਪੀਆਰ ਲਈ ਐਲੀਜੀਬਲ ਹੋ ਜਾਂਦੇ। ਸਰ ਇੱਕ ਸਵਾਲ ਇਹਦੇ ਵਿੱਚ ਇੱਕ ਹੋਰ ਖੜਾ ਹੋ ਜਾਂਦਾ ਹੈ ਕਿ ਜੇਕਰ ਤੁਸੀਂ ਕਿਹਾ ਕਿ 3 ਸਾਲ ਬਾਅਦ ਦੀ ਲਿਮਿਟ ਹੈ, ਉਸ ਤੋਂ ਬਾਅਦ ਸਰਕਾਰ ਨੂੰ ਪ੍ਰੂਵ ਕਰਨਾ, ਉਸ ਤੋਂ ਬਾਅਦ ਐਲੀਜੀਬਿਲਟੀ ਬਣਦੀ ਹੈ ਵੀ ਤੁਸੀਂ ਪੀਆਰ ਹੋਣਾ ਕਿ ਨਹੀਂ। ਫਰਜ਼ ਕਰੋ ਜੇਕਰ ਕਿਸੇ ਦੀ ਇਨਵੈਸਟਰ ਦੀ ਐਲੀਜੀਬਿਲਟੀ 3 ਸਾਲਾਂ ਬਾਅਦ ਜਾਂ 5 ਸਾਲਾਂ ਬਾਅਦ ਵੀ ਨਹੀਂ ਬਣਦੀ, ਉਹਦੇ ਕੋਲ ਫਿਰ ਕੀ ਆਪਸ਼ਨਸ ਨੇ ਉਹਨੂੰ, ਜਾਂ ਜੇ ਬਿਜ਼ਨਸ 'ਚ ਉੱਥੇ ਲਾਸ ਹੋ ਜਾਂਦਾ ਉਹਦੇ ਕੋਲ ਕੀ ਆਪਸ਼ਨਸ ਨੇ ਫਿਰ? ਦੇਖੋ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਹੜਾ ਬਿਜ਼ਨਸ ਅਸੀਂ ਜੋ ਇਨਵੈਸਟਮੈਂਟ ਕਰ ਰਹੇ ਹਾਂ, ਜਿਵੇਂ ਮੰਨ ਲਓ ਸਾਊਥ ਆਸਟ੍ਰੇਲੀਆ ਦੀ ਗੱਲ ਕਰੀਏ, ਉਹਨਾਂ ਦੀ ਐਡੀਲੇਡ ਜਿਹੜਾ ਦੀ ਮੇਨ ਸਿਟੀ ਹੈਗੀ, ਕੈਪੀਟਲ ਉੱਥੇ ਦੀ, ਉੱਥੇ $300,000 ਦੀ ਮਿਨੀਮਮ ਇਨਵੈਸਟਮੈਂਟ ਹੈ। ਔਰ ਅਸੀਂ ਜਿਹੜਾ ਬਿਜ਼ਨਸ ਦੇ ਵਿੱਚ ਜਦੋਂ ਡਿਊ ਡਿਲੀਜੈਂਸ ਬਿਜ਼ਨਸ ਬ੍ਰੋਕਿੰਗ ਦੇ ਥਰੂ ਕਰਦੇ ਹਾਂ ਤੇ ਅਸੀਂ ਉਹਨਾਂ ਨੇ ਇੱਕ ਟਰਨਓਵਰ ਲੈਵਲ ਆਲਰੇਡੀ ਅਚੀਵ ਕੀਤਾ ਹੁੰਦਾ ਹੈ, ਜਿਹੜਾ ਕਿ ਅਸੀਂ ਇਮੀਗ੍ਰੇਸ਼ਨ ਨੂੰ ਜਦੋਂ ਪੀਆਰ ਵੀਜ਼ਾ ਅਪਲਾਈ ਕਰਨਾ ਉਹ ਅਚੀਵ ਕੀਤਾ ਹੋਇਆ ਹੈ। ਤੇ ਅਸੀਂ ਉਸ ਬਿਜ਼ਨਸ ਨੂੰ ਉਸ ਤਰੀਕੇ ਨਾਲ ਉਹਨਾਂ ਨਾਲ ਕੰਸਲਟ ਕਰਕੇ ਐਡਵਾਈਸ ਕਰਦੇ ਹਾਂ ਤਾਂ ਕਿ ਉਹ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਆਉਂਦੇ ਹੀ ਨਹੀਂ ਕਿ ਉਹਨਾਂ ਦਾ ਬਿਜ਼ਨਸ ਲੈਟਸ ਸੇ ਅਗਰ ਉਹ 300,000 ਦਾ ਬਿਜ਼ਨਸ ਲੈਂਦੇ ਆ, ਉਹਦੀ ਟਰਨਓਵਰ ਇੰਨੀ ਚਾਹੀਦੀ ਹੈ, ਵੀ ਬਾਏ them a business which is $500,000 ਟਰਨਓਵਰ, ਜਿਹਦੇ ਨਾਲ ਕਿ ਉਹਨਾਂ ਅਗਰ ਉਹ ਡ੍ਰੌਪ ਵੀ ਥੋੜਾ ਬਹੁਤ ਉੱਪਰ ਨੀਚੇ ਹੁੰਦਾ ਹੈ, ਜਿਹੜਾ ਕਿ ਬਿਜ਼ਨਸਿਸ ਦੇ which ਅਪ ਐਂਡ ਡਾਊਨ ਚੱਲਦਾ ਹੈ, ਸੋ they don't risk at all ਕਿ ਉਹਨਾਂ ਦੀ ਐਲੀਜੀਬਿਲਿਟੀ ਨਹੀਂ ਬਣੇਗੀ। ਬਿਕੋਜ਼ ਇਹਦੇ ਵਿੱਚ ਮੇਨ ਜਿਹੜੀ ਚੀਜ਼ ਉਹ ਦੇਖਦੇ ਆ ਸਟੇ ਹੈ, ਇਨਵੈਸਟਮੈਂਟ ਅਮਾਊਂਟ ਤੁਹਾਡਾ ਬਿਜ਼ਨਸ 'ਚ ਲੱਗ ਗਿਆ, ਤੁਸੀਂ ਜੌਬਸ ਕ੍ਰੀਏਟ ਕੀਤੀਆਂ ਜਿਹੜੀਆਂ ਤੁਸੀਂ ਕਮਿਟ ਕੀਤੀਆਂ। ਥਰਡ, ਦੂਸਰਾ ਜਿਹੜਾ ਉਹਨਾਂ ਦਾ ਮੇਨ ਕੰਸਰਨ ਹੈ ਕਿ ਬਿਜ਼ਨਸ ਦੀ ਟਰਨਓਵਰ ਹੈ ਜਿਹੜੀ ਕਿ ਤੁਸੀਂ ਆਲਰੇਡੀ ਰਨਿੰਗ ਸਕਸੈਸਫੁਲ ਬਿਜ਼ਨਸ ਦੇ ਵਿੱਚ ਜਦੋਂ ਤੁਸੀਂ ਲੈਂਦੇ ਹੋ ਇੱਥੇ ਆ ਕੇ, ਤੇ ਬੇਸਿਕਲੀ ਜਿਨ੍ਹਾਂ ਦੇ ਕੋਲ ਇੰਡੀਆ ਦਾ ਬਿਜ਼ਨਸ ਐਕਸਪੀਰੀਅੰਸ ਹੁੰਦਾ ਹੈ ਉਹ ਐਕਸਪੀਰੀਅੰਸ ਹੀ ਇੱਥੇ ਕੰਮ ਆਉਂਦਾ ਕਿ ਕਿਹੜੇ ਬਿਜ਼ਨਸ ਉਹਨਾਂ ਨੂੰ ਲੈਣੇ ਚਾਹੀਦੇ, ਕਿਹੜੇ ਨਹੀਂ ਲੈਣੇ ਚਾਹੀਦੇ।
So risk is minimal. और Yes, there is a advice here ਜਿਹੜੇ ਕਿ business brokers ਨੇ ਉਹ last 2 years ਜਾਂ 3 years ਦੇ financial profit and loss balance sheets ਉਹਨਾਂ ਨੂੰ ਦਿਖਾਏ ਜਾਂਦੇ ਆ confidentiality agreement sign ਹੋ ਕੇ they can take any inquiry business ਦੇ ਬਾਰੇ ਉਹ information ਜਿੰਨੀ ਜ਼ਿਆਦਾ ਲੈ ਲੈਣਗੇ ਉਨਾ ਜ਼ਿਆਦਾ ਉਹਨਾਂ ਦਾ ਰਿਸਕ ਉਹ ਘੱਟ ਹੋ ਜਾਏਗਾ। ਔਰ ਅਗਰ ਬਾਈ ਚਾਂਸ ਅਗਰ 5 ਸਾਲ 'ਚ ਉਹ ਨਹੀਂ ਮੀਟ ਕਰ ਪਾਉਂਦੇ ਤੇ ਇਹਦੀ ਐਕਸਟੈਂਸ਼ਨ ਸਟ੍ਰੀਮ ਵੀ ਹੈ 2 ਸਾਲ ਤੁਸੀਂ ਸੇਮ ਜਿਹੜਾ 188A ਵੀਜ਼ਾ ਮਿਲਿਆ ਤੁਹਾਨੂੰ 2 ਸਾਲ ਦੀ ਔਰ ਐਕਸਟੈਂਸ਼ਨ ਮਿਲ ਜਾਂਦੀ ਹੈ ਤੇ 7 ਸਾਲ ਦਾ ਵੀਜ਼ਾ ਤੁਹਾਨੂੰ ਮਿਲ ਸਕਦਾ ਹੈ। ਮਤਲਬ ਹੈਗੇ ਨੇ ਆਪਸ਼ਨਸ, ਬੰਦਾ ਉੱਥੇ ਜਾ ਕੇ ਖਰਾਬ ਨਹੀਂ ਹੋਏਗਾ, ਆਪਸ਼ਨਸ ਕੋਈ ਨਾ ਕੋਈ ਉਹਦੇ ਕੋਲ ਮਿਲਦੇ ਰਹਿਣਗੇ ਉਹਨੂੰ। 7 ਸਾਲ ਦਾ ਟਾਈਮ ਮਿਲਿਆ ਤੁਹਾਨੂੰ, ਉਹਦੇ 'ਚ ਤੁਸੀਂ 1 ਸਾਲ ਬਿਜ਼ਨਸ ਚਲਾ ਕੇ ਆਪਣੇ ਆਪ ਨੂੰ 3 ਸਾਲ ਦਾ ਸਟੇ, 1 ਸਾਲ ਦਾ ਸਟੇ ਤੇ 3 ਸਾਲ ਬਿਜ਼ਨਸ ਚਲਾ ਕੇ ਤੁਸੀਂ ਆਪਣੀ PR ਲਈ ਅਪਲਾਈ ਕਰ ਸਕਦੇ ਹੋ। ਓਵਰਆਲ ਵੀਜ਼ਾ 7 ਸਾਲ ਤੱਕ ਹੋ ਸਕਦਾ ਹੈ, 5+2। ਔਰ ਇੱਕ ਚੀਜ਼ ਇੱਥੇ ਹੋਰ ਐਡ ਕਰਨੀ ਚਾਹਾਂਗੇ ਸਰਮਜੀਤ ਜੀ ਕਿ ਜਿਹੜਾ ਬਿਜ਼ਨਸ ਹੈ ਉਹ ਪਾਰਟਨਰਸ਼ਿਪ 'ਚ ਵੀ ਲਿਆ ਜਾ ਸਕਦਾ ਹੈ। ਜਿਸ ਤਰ੍ਹਾਂ ਕਈ ਇੱਥੇ ਐਪਲੀਕੈਂਟਸ ਆਉਂਦੇ ਜਿਨ੍ਹਾਂ ਦੇ ਬ੍ਰਦਰ ਸਿਸਟਰ ਫਰੈਂਡਸ ਹੈਗੇ ਹੈ ਜਿਨ੍ਹਾਂ ਨੂੰ ਇੱਥੇ ਦੀ ਨੌਲੇਜ ਹੈਗੀ ਹੈ ਤੇ ਉਹ ਬਿਜ਼ਨਸ ਉਹਨਾਂ ਦੇ ਨਾਲ ਮਿਲ ਕੇ ਲੈ ਸਕਦੇ ਆ ਤੇ ਉਹ ਐਕਸਪੀਰੀਅੰਸ ਜਿਹੜਾ ਇੱਥੇ ਦਾ ਲੋਕਲ ਐਕਸਪੀਰੀਅੰਸ ਉਹਨਾਂ ਦਾ ਜਿਹੜੇ ਨਾਲ ਕੋ ਓਨਰਸ ਨੇ ਜਾਂ ਸ਼ੇਅਰ ਹੋਲਡਰਸ ਨੇ ਉਹ ਉਹਨਾਂ ਨੂੰ ਹੈਲਪ ਕਰਦਾ ਹੈ ਕਿ ਬਿਜ਼ਨਸ ਉਹੀ ਬਾਏ ਕਰਨ ਤੇ ਇਹਨਾਂ ਦਾ ਰਿਸਕ ਜਿਹੜਾ ਮਿਨੀਮਮ ਹੋ ਜਾਂਦਾ। ਸਰ ਆਪਾਂ ਐਲੀਜੀਬਿਲਟੀ ਦੀ ਗੱਲ ਕਰ ਰਹੇ ਹਾਂ ਕਿ ਐਲੀਜੀਬਿਲਟੀ ਬਣਨੀ ਚਾਹੀਦੀ ਹੈ। ਪਹਿਲਾਂ ਇੱਥੋਂ ਜਿਹਨੇ ਬਿਜ਼ਨਸ ਵੀਜ਼ਾ ਅਪਲਾਈ ਕਰਨਾ ਉਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੁੰਦਾ ਹੈ, ਕਿੰਨੀ ਕੁ ਇਨਵੈਸਟਮੈਂਟ ਬੰਦੇ ਨੂੰ ਕਰਨੀ ਪੈਂਦੀ ਹੈ, ਕੀ ਉਸ ਨੂੰ ਡਾਕੂਮੈਂਟਸ ਚਾਹੀਦੇ ਨੇ, ਐਲੀਜੀਬਿਲਟੀ ਕ੍ਰਾਈਟੇਰੀਆ ਕਿਵੇਂ ਬਣਦਾ ਜਿਹਨੇ ਇੱਥੋਂ ਬਿਜ਼ਨਸ ਵੀਜ਼ਾ ਅਪਲਾਈ ਕਰਨਾ ਹੋਵੇ? ਜਿਹੜਾ ਵੀਜ਼ਾ ਸਬ ਕਲਾਸ ਦੀ ਗੱਲ ਕਰ ਰਹੇ ਹਾਂ ਉਹਨੂੰ ਸਪੈਸੀਫਿਕਲੀ ਗੱਲ ਕਰੀਏ 188A ਹੈ ਜੀ। 188A ਦੀ ਐਲੀਜੀਬਿਲਟੀ ਹੈ ਕਿ ਇੰਡੀਆ ਜਾਂ ਕਿਸੇ ਵੀ ਕੰਟਰੀ ਜਿੱਥੋਂ ਤੁਸੀਂ ਅਪਲਾਈ ਕਰ ਰਹੇ ਹੋ ਯੂ ਸ਼ੁੱਡ ਬੀ ਦਾ ਬਿਜ਼ਨਸ ਓਨਰ ਹੋਣਾ ਚਾਹੀਦਾ ਐਂਡ ਤੁਹਾਡਾ ਜਿਹੜਾ ਸ਼ੇਅਰ ਹੋਲਡਿੰਗ ਹੈ 30% ਤੋਂ ਉੱਤੇ ਹੋਣਾ ਚਾਹੀਦਾ ਹੈ ਉਸ ਬਿਜ਼ਨਸ 'ਚ। ਦੂਜੀ ਗੱਲ ਟਰਨਓਵਰ, ਜਿਹੜਾ ਬਿਜ਼ਨਸ ਤੁਸੀਂ ਕਰ ਰਹੇ ਹੋ ਉਹਦਾ ਟੋਟਲ ਟਰਨਓਵਰ ਸਾਲ ਦੇ ਐਂਡ 'ਚ 7.5 ਲੱਖ ਤੋਂ ਉੱਤੇ ਹੋਣਾ ਚਾਹੀਦਾ ਹੈ। 7.5 ਮਿਲੀਅਨ ਡਾਲਰ। ਓਕੇ, ਜਿਹੜੇ ਹੋ ਗਏ 4 ਕਰੋੜ ਪਲੱਸ। ਠੀਕ ਹੈ, ਤੇ 2 ਸਾਲ ਸ਼ੋ ਕਰਨਾ ਪੈਂਦਾ। ਪਿਛਲੇ 4 ਸਾਲਾਂ 'ਚ 2 ਸਾਲ ਤੁਹਾਡਾ ਹਰ ਸਾਲ ਦਾ ਟਰਨਓਵਰ 4 ਕਰੋੜ ਪਲੱਸ ਹੋਣਾ ਚਾਹੀਦਾ ਹੈ। ਇੱਕ ਐਲੀਜੀਬਿਲਟੀ ਆ ਹੋਊਗੀ। ਦੂਜੀ ਐਲੀਜੀਬਿਲਟੀ ਆ ਹੈ ਕਿ ਮੇਨ ਐਪਲੀਕੈਂਟ ਤੇ ਉਹਨਾਂ ਦੀ ਵਾਈਫ, ਹਸਬੈਂਡ ਵਾਈਫ ਮਿਲਾ ਕੇ ਉਹਨਾਂ ਦੇ ਟੋਟਲ ਐਸੈਟਸ, ਘਰ, ਰੀਅਲ ਐਸਟੇਟ, ਇਨਵੈਸਟਮੈਂਟਸ, ਬੌਂਡਸ, ਸ਼ੇਅਰਸ ਟੋਟਲ ਮਿਲਾ ਕੇ 1.25 ਮਿਲੀਅਨ ਆਸਟ੍ਰੇਲੀਅਨ ਡਾਲਰ ਉਹਦੀ ਵੈਲਿਊ ਹੋਣੀ ਚਾਹੀਦੀ ਹੈ, ਜਿਹੜੀ ਇੰਡੀਆ ਦੇ ਹੋ ਕੇ ਆਈ ਥਿੰਕ 7 ਕਰੋੜ। ਠੀਕ ਹੈ, ਤੇ ਅਗਰ ਮਤਲਬ 7 ਕਰੋੜ ਦੇ ਤੁਹਾਡੇ ਕੋਲ ਐਸੈਟਸ ਹੋਣੇ ਚਾਹੀਦੇ ਨੇ ਤੇ 4 ਕਰੋੜ ਪਲੱਸ ਦੀ ਹਰੇਕ ਸਾਲ ਦੀ ਟਰਨਓਵਰ ਹੋਣੀ ਚਾਹੀਦੀ ਹੈ, ਉਹੀ ਐਲੀਜੀਬਲ ਹੋ ਸਕਦਾ ਇਸ ਵੀਜ਼ੇ ਲਈ ਜੀ। ਸਾਲ ਦੀ 4 ਸਾਲਾਂ 'ਚ 2 ਸਾਲ ਤੇ ਤੁਹਾਡੀ ਏਜ 55 ਤੋਂ ਘੱਟ ਹੋਏ। ਅਗਰ ਜ਼ਿਆਦਾ ਹੈ ਫਿਰ ਵੀ ਉਹਦੇ ਪ੍ਰੋਵੀਜ਼ਨਸ ਹੈਗੇ ਨੇ, ਤੁਸੀਂ ਫਿਰ ਵੀ ਅਪਲਾਈ ਕਰ ਸਕਦੇ ਹੋ। ਓਕੇ, ਤੇ ਬੇਸਿਕ ਐਲੀਜੀਬਿਲਟੀ ਆਹੀ ਹੈ, ਟਰਨਓਵਰ ਐਂਡ ਐਸੈਟਸ। ਤੇ ਜਿਹੜੀ ਇਨਵੈਸਟਮੈਂਟ ਦੀ ਰਿਕੁਆਇਰਮੈਂਟ ਹੈ ਉਹ ਥਰਡ ਪਾਰਟ ਆ ਜਾਂਦਾ ਹੈ, ਦੈਟ ਇਜ਼ ਕਿ ਤੁਸੀਂ ਜਿਹੜੀ ਸਟੇਟ ਦੇ ਵਿੱਚ ਜਾਣਾ ਚਾਹੁੰਦੇ ਹੋ, ਮੰਨ ਲਓ ਮੈਲਬਨ ਜਾਣਾ ਹੈ ਜਾਂ ਸਿਡਨੀ ਜਾਣਾ ਹੈ, ਉਹ ਸਟੇਟ ਗਵਰਨਮੈਂਟ ਆਪਣੇ ਸਟੇਟ ਦੇ ਸਰਕਮਸਟੈਂਸਸ ਦੇ ਅਕੋਰਡਿੰਗਲੀ ਉਹਨਾਂ ਨੇ ਇੱਕ ਮਿਨੀਮਮ ਬੈਂਚਮਾਰਕ ਰੱਖਿਆ ਕਿ ਤੁਸੀਂ ਇੰਨੀ ਇਨਵੈਸਟਮੈਂਟ ਕਰਨੀ ਹੈ। ਲੈਟਸ ਸੇ $300,000 ਤੋਂ ਸਟਾਰਟ ਹੋ ਜਾਂਦਾ ਹੈ, ਕਿਉਂਕਿ ਕੋਈ ਅੱਛਾ ਬਿਜ਼ਨਸ ਲੈਣਾ ਹੈ ਤੇ ਉਹਨਾਂ ਦੀ ਮਿਨੀਮਮ ਵੈਲਿਊ ਇੰਨੀ ਹੀ ਹੁੰਦੀ ਹੈ ਜਨਰਲੀ, ਤੇ ਉਹ ਮੈਲਬਨ ਦੇ ਵਿੱਚ ਜ਼ਿਆਦਾ ਹੈ। ਸਿਡਨੀ ਦੇ ਵਿੱਚ ਉਹ ਅਮਾਊਂਟ $5 ਲੱਖ ਹੈ, ਜਿਹੜਾ ਕਿ 2.5 ਕਰੋੜ ਦੇ ਕਰੀਬ ਬਣ ਜਾਂਦਾ ਹੈ। ਸੋ ਅਸੀਂ ਮਤਲਬ ਇਹ ਜਿਹੜਾ ਇਨਵੈਸਟਮੈਂਟ ਅਮਾਊਂਟ ਕਿੰਨੀ ਕਰਨੀ ਹੈ, ਕਲਾਇੰਟ ਨੇ ਖੁਦ ਆ ਕੇ ਐਪਲੀਕੈਂਟ ਨੇ ਵੀਜ਼ਾ ਗ੍ਰਾਂਟ ਹੋਣ ਤੋਂ ਬਾਅਦ ਕਰਨੀ ਹੈ। ਕੋਈ ਵੀ ਇਸ 'ਚ ਇਨਵੈਸਟਮੈਂਟ ਇਸ ਤਰ੍ਹਾਂ ਦੀ ਨਹੀਂ ਹੈ ਕਿ ਜਿਹੜੀ ਗਵਰਨਮੈਂਟ ਨੂੰ ਬਿਫੋਰ ਵੀਜ਼ਾ ਦੇਣੀ ਹੈ, ਜਾਂ ਕਿਸੇ ਕੰਸਲਟਿੰਗ ਕੰਪਨੀ ਨੂੰ ਜਾਂ ਸਾਨੂੰ ਕਿਸੇ ਦਾ ਵੀ ਰੋਲ ਨਹੀਂ ਹੈ। ਉਹ ਕੰਟਰੋਲ ਇਨਵੈਸਟਮੈਂਟ ਦਾ ਅੱਛਾ, ਮਤਲਬ ਉਹ ਸਾਰੀ ਪਹਿਲਾਂ ਸਾਰਾ ਕੁਝ ਸ਼ੋ ਕਰਨਾ ਵੀ ਮੇਰੇ ਕੋਲ ਇੰਨੇ ਪੈਸੇ ਹੈਗੇ ਨੇ, ਵੀ ਜੋ ਤੁਹਾਡੀਆਂ ਰਿਕੁਆਇਰਮੈਂਟਸ ਨੇ ਮੈਂ ਉਹ ਪੂਰੀਆਂ ਕਰ ਸਕਦਾ। ਪਹਿਲਾਂ ਕੁਝ ਨਹੀਂ, ਕੋਈ ਪੈਸਾ ਨਹੀਂ ਦੇਣਾ। ਨਹੀਂ, ਉਹ ਕਿਉਂਕਿ ਗਵਰਨਮੈਂਟ ਇਹ ਜਾਣਨਾ ਚਾਹੁੰਦੀ ਹੈ ਕਿ ਜੇ ਤੁਸੀਂ ਇੰਨੀ ਇਨਵੈਸਟਮੈਂਟ ਕਰ ਰਹੇ ਹੋ ਤਾਂ ਵਾਕਈ 'ਚ ਤੁਹਾਡੇ ਕੋਲ ਜਿਹੜੇ ਐਸੈਟਸ ਉਹ ਲੀਗਲੀ ਐਕਵਾਇਰਡ ਹੈ, ਉਹਦਾ ਸੋਰਸ ਚੈੱਕ ਕਰਦੇ ਆ। ਤੇ ਜਿਹੜੀ ਸਾਰੀ ਇਨਵੈਸਟਮੈਂਟ ਕਰਨੀ ਹੈ ਉਹ ਬੰਦਾ ਆ ਕੇ ਆਸਟ੍ਰੇਲੀਆ ਦੇ ਵਿੱਚ ਹੀ ਆ ਕੇ ਕਰੇਗਾ। ਜੀ ਜੀ, ਬਿਲਕੁਲ ਜੀ, ਠੀਕ ਹੈ, ਮਤਲਬ ਸੇਫ ਹੈ ਇਹ ਵੀ ਸਾਰਾ ਬਿਲਕੁਲ 100%। ਇਹਦੇ 'ਚ ਕੰਟਰੋਲ ਕਿਸੇ ਵੀ ਕੰਪਨੀ ਦਾ ਜਾਂ
ਅਸੀਂ ਵੀਜ਼ਾ ਜਾਂ ਮਾਈਗ੍ਰੇਸ਼ਨ ਐਕਸਪਰਟ ਦੇ ਤੌਰ ਤੇ ਅਸੀਂ ਉਹਨਾਂ ਦਾ ਵੀਜ਼ਾ ਪ੍ਰੋਸੈਸਿੰਗ ਕਰਦੇ ਹਾਂ। ਅਗਰ ਉਹਨਾਂ ਦੇ ਕੋਈ ਆਪਣੇ ਜਾਣਕਾਰ ਨੇ ਇੱਥੇ ਜਾਂ ਕੋਈ ਅਕਾਊਂਟੈਂਟ ਹੈ, ਕੰਸਲਟੈਂਟ ਹੈ, ਦੇ ਆਰ ਫ੍ਰੀ ਫਰੋਮ ਐਵਰੀ ਸਾਈਡ ਕਿ ਉਹ ਉਹਨਾਂ ਨਾਲ ਡਿਊ ਡਿਲੀਜੈਂਸ ਕਰਕੇ ਬਿਜ਼ਨਸ ਲੈਣ ਔਰ ਉਹ ਬਿਜ਼ਨਸ ਦੇ ਵਿੱਚ ਇਨਵੋਲਵ ਹੋਣ ਔਰ ਅੱਗੇ ਚੱਲ ਕੇ, ਕਿਉਂਕਿ ਇਸ ਪ੍ਰੋਗਰਾਮ ਨੂੰ ਸਕਸੈਸ ਕਰਨ ਦੇ ਲਈ ਦੋਨੋਂ ਚੀਜ਼ਾਂ, ਜਿਹੜਾ ਬਿਜ਼ਨਸ ਟਰਨਓਵਰ ਦਾ ਬੈਂਚਮਾਰਕ ਗਵਰਨਮੈਂਟ ਨੇ ਰੱਖਿਆ, ਇਸ ਦਾ ਰੀਜ਼ਨ ਹੀ ਇਹੀ ਹੈ ਕਿ ਉਹੀ ਕੁਆਲੀਫਾਈ ਕਰ ਸਕਦੇ ਜਿਨ੍ਹਾਂ ਨੇ ਪਾਸਟ 'ਚ ਬਿਜ਼ਨਸ ਕੀਤਾ ਹੈ ਇੰਡੀਆ 'ਚ ਉਸ ਲੈਵਲ ਦਾ। ਸਕਸੈਸਫੁਲ ਹੀ ਇਹਦੇ ਲਈ Successful. eligible ਹੋਣਗੇ। ਹਾਂ, ਔਰ ਇਹਦੇ 'ਚ ਇੱਕ ਬਹੁਤ ਅੱਛੀ ਗੱਲ ਹੈ, ਆਸਟ੍ਰੇਲੀਅਨ ਗਵਰਨਮੈਂਟ ਆ ਨਹੀਂ ਕਹਿੰਦੀ ਕਿ ਅਗਰ ਤੁਹਾਡਾ ਇੰਡੀਆ ਦਾ ਬਿਜ਼ਨਸ ਫੋਰ ਐਗਜ਼ਾਮਪਲ 40 ਕਰੋੜ ਦਾ ਹੈ, 50 ਤੁਸੀਂ ਉਹ ਬੰਦ ਕਰਕੇ ਇੱਥੇ ਨਹੀਂ, ਬਿਕੋਜ਼ ਤੁਸੀਂ ਉਹਨੂੰ ਰਨ ਕਰਨਾ ਚਾਹੁੰਦੇ ਹੋ। ਤੇ ਇਹਦਾ ਵੀ ਪ੍ਰੋਵੀਜ਼ਨ ਹੈ ਕਿ ਅਗਰ ਤੁਸੀਂ ਇੰਡੀਅਨ ਆਪਰੇਸ਼ਨ ਚਲਾਉਣਾ ਚਾਹੁੰਦੇ ਚਲਾ ਲਓ। ਜਿਸ ਤਰ੍ਹਾਂ ਹਸਬੈਂਡ ਵਾਈਫ ਦੋਨੋਂ ਬਿਜ਼ਨਸ 'ਚ ਇਨਵੋਲਡ ਨੇ, ਇੱਥੇ ਆ ਕੇ ਰੋਲ ਸਵਾਪਿੰਗ ਹੋ ਸਕਦੀ ਹੈ। ਮਤਲਬ ਵਾਈਫ ਆ ਕੇ ਆਸਟ੍ਰੇਲੀਅਨ ਬਿਜ਼ਨਸ ਚਲਾ ਲੈ, ਸ਼ੀ ਬਿਕਮ ਡਾਇਰੈਕਟਰ ਐਂਡ ਤੇ ਹਸਬੈਂਡ ਇੰਡੀਆ ਦਾ ਬਿਜ਼ਨਸ ਸਾਂਭੀ ਜਾਵੇ ਜੀ। ਮਤਲਬ ਦੋਨੋਂ ਪਾਸੇ ਬਿਜ਼ਨਸ ਸਾਈਡ ਬਾਈ ਸਾਈਡ ਚੱਲ ਸਕਦੇ ਨੇ। ਬਿਲਕੁਲ, ਔਰ ਤੁਹਾਡੇ ਬੇਸਿਕਲੀ ਆਸਟ੍ਰੇਲੀਆ ਤੁਹਾਡਾ ਸੈਕੰਡ ਹੋਮ ਬਣ ਜਾਂਦਾ ਹੈ। ਤੁਸੀਂ ਇੱਥੇ ਆ ਕੇ ਆਪਣੀ ਪ੍ਰਾਪਰਟੀ ਲਓ, ਬੱਚਿਆਂ ਨੂੰ ਸਕੂਲ 'ਚ ਪਾਓ, ਫੈਸਿਲਿਟੀ ਸਾਰੀ ਅਵੇਲ ਕਰੋ, ਸਾਈਡ ਬਾਈ ਸਾਈਡ ਤੁਸੀਂ ਆਪਣਾ ਇੰਡੀਆ ਦਾ ਵੀ ਆਪਰੇਸ਼ਨ ਕੰਟੀਨਿਊ ਰੱਖਦੇ ਹੋ। ਔਰ ਇੱਕ ਚੀਜ਼ ਇੱਥੇ ਹੋਰ ਐਡ ਕਰਨੀ ਚਾਹੁੰਦੇ ਹਾਂ ਅਸੀਂ ਕਿ ਬੀਇੰਗ ਆਸਟ੍ਰੇਲੀਅਨ ਸਿਟੀਜ਼ਨ, ਜਿੰਨੇ ਸਾਲ ਸਾਨੂੰ ਇੱਥੇ ਰਹਿੰਦੇ ਹੋ ਗਏ ਆ ਐਂਡ ਜੋ ਅਸੀਂ ਇੰਡੀਆ ਦੇ ਨਾਲ ਵੀ ਜੁੜੇ ਰਹੇ ਹਾਂ, ਅਸੀਂ ਉੱਥੇ ਫ੍ਰੀਕੁਐਂਟਲੀ ਜੋ ਉੱਥੇ ਦੇ ਬਿਜ਼ਨਸ, ਇੱਥੇ ਬਿਜ਼ਨਸ ਸਟਾਰਟ ਕਰਨਾ ਜਿਹੜਾ ਹੈਗਾ ਹੈ ਗਵਰਨਮੈਂਟ ਮਤਲਬ ਬਹੁਤ ਆਸਾਨ ਹੈ। ਕੰਪਨੀ ਫਾਰਮੇਸ਼ਨ ਤੋਂ ਲੈ ਕੇ, ਕੰਪਨੀ ਫਾਰਮੇਸ਼ਨ ਤੁਹਾਡੀ 2 ਘੰਟੇ ਦੇ ਵਿੱਚ ਹੋ ਜਾਂਦੀ ਹੈ, ਜਿਹੜੀ ਕਿ ਬਹੁਤ ਹੀ ਸਪੀਡ ਅਪ ਪ੍ਰੋਸੈਸ ਹੈ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਜੇਕਰ ਕਿਸੇ ਬੰਦੇ ਨੇ ਇੱਕ ਕੰਪਨੀ ਬਣਾਉਣੀ ਹੋਵੇ ਤਾਂ ਉਹਦੀਆਂ ਦਫ਼ਤਰਾਂ ਦੇ ਵਿੱਚ ਜੁੱਤੀਆਂ ਘਸ ਜਾਂਦੀਆਂ ਨੇ। ਆਪਾਂ ਪੰਜਾਬੀ 'ਚ ਗੱਲ ਕਰੀਏ, ਆਪਣੀ ਕੰਪਨੀ ਨੂੰ ਫਾਰਮ ਕਰਨ ਦੇ ਵਿੱਚ ਜੁੱਤੀਆਂ ਘਸ ਜਾਂਦੀਆਂ ਨੇ। ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਫਿਰ? ਇਹੀ ਚੀਜ਼ ਜਿਹੜੀ ਹੈਗੀ ਹੈ, ਕੁਝ ਚੀਜ਼ਾਂ ਉੱਥੇ ਬਿਜ਼ਨਸਮੈਨ ਨੂੰ ਅਸੀਂ ਪਾਸ ਔਨ ਤੁਹਾਡੇ ਪ੍ਰੋਗਰਾਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇੱਕ ਚੈਲੰਜ ਲੱਗਦਾ ਹੈ ਕਿ ਜਦੋਂ ਅਸੀਂ ਕਹਿੰਦੇ ਕਿ ਆਸਟ੍ਰੇਲੀਆ ਇੱਥੋਂ ਇੰਡੀਆ ਤੋਂ ਛੱਡ ਕੇ ਜਾਣਾ, ਪਰ ਲੇਕਿਨ ਜਿਹੜੇ ਇੱਥੇ ਬਿਜ਼ਨਸ ਕਰ ਰਹੇ ਨੇ ਜਾਂ ਤੁਹਾਡੇ ਫਰੈਂਡਸ ਨੇ, ਉਹਨਾਂ ਨਾਲ ਸ਼ੇਅਰ ਕਰੋ ਇਨਫੋਰਮੇਸ਼ਨ। ਨਾਟ ਸਾਡੇ ਤੇ ਸਿਰਫ ਰਿਲਾਈ ਕਰੋ, ਗਵਰਨਮੈਂਟ ਦੀ ਵੈਬਸਾਈਟਸ ਨੇ, ਉਹਦੇ ਤੇ ਜਿਹੜਾ ਪ੍ਰੋਸੈਸ ਹੈ ਬਿਜ਼ਨਸ ਦੀ ਰਜਿਸਟ੍ਰੇਸ਼ਨ ਕਰਾਉਣੀ ਬਿਲਕੁਲ ਵਿਦਿਨ ਮਿੰਟਸ ਹੋ ਜਾਂਦਾ ਹੈ। ਇਹ ਤੇ ਬਹੁਤ ਮਤਲਬ ਕਹਿ ਲਓ ਕਿ ਇੱਕ ਇਕੋਨਮੀਜ਼ ਆਫ ਸਕੇਲ ਹੈਗਾ ਜਿਹੜਾ ਕਿ ਬਿਜ਼ਨਸਿਸ ਨੂੰ ਅਸੀਂ ਖੁਦ ਦੇਖਦੇ ਹਾਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਆਪਣੇ ਖੁਦ ਦੇ ਐਕਸਪੀਰੀਅੰਸ ਦੱਸਾਂ ਕਿ ਅਸੀਂ ਇੰਡੀਆ ਦੇ ਵਿੱਚ ਲਾਇਸੈਂਸ ਸਾਡਾ ਜਦੋਂ ਅਸੀਂ ਇਮੀਗ੍ਰੇਸ਼ਨ ਦਾ ਲਿੱਤਾ ਸੀਗਾ, ਉਸ ਟਾਈਮ ਸਾਨੂੰ ਇੰਨਾ ਜ਼ਿਆਦਾ ਪਰੇਸ਼ਾਨ ਹੋਣਾ ਪਿਆ ਤੇ ਵੀ ਕੁਡ ਈਜ਼ੀਲੀ ਕੰਪੇਅਰ ਕਿ ਇੱਥੇ ਸਿਸਟਮ ਤੇ ਉੱਥੇ ਕਿਸ ਤਰੀਕੇ ਨਾਲ ਪਰੇਸ਼ਾਨੀ ਆਉਂਦੀ ਹੈ ਲਾਇਸੈਂਸਿਸ ਲੈਣੇ। ਔਰ ਇੱਥੇ ਤੇ ਗਵਰਨਮੈਂਟ ਸਪੋਰਟ ਕਰਨਾ ਚਾਹੁੰਦੀ ਹੈ। ਤੁਸੀਂ ਕਿਸੇ ਵੀ ਡਿਪਾਰਟਮੈਂਟ 'ਚ ਚਲੇ ਜਾਓ, ਤੁਹਾਨੂੰ ਹਰ ਇਨਫੋਰਮੇਸ਼ਨ ਪੂਰੀ ਹੈਲਪ ਮਿਲਦੀ ਹੈ, ਕੋਈ ਕਰਪਸ਼ਨ ਨਹੀਂ ਹੈ। ਤੁਹਾਨੂੰ ਬਿਜ਼ਨਸ ਗ੍ਰਾਂਟਸ ਮਿਲਦੀਆਂ ਨੇ ਜਦੋਂ ਤੁਸੀਂ ਸਕਸੈਸਫੁਲੀ ਸਪੈਸ਼ਲੀ ਹੁਣ ਕੋਵਿਡ ਦੇ ਟਾਈਮ ਦੇ ਵਿੱਚ ਅਸੀਂ ਇਹ ਵੀ ਸ਼ੇਅਰ ਕਰਨਾ ਚਾਹਾਂਗੇ ਕਿ ਬਿਜ਼ਨਸਿਸ ਨੂੰ ਜੋ ਇੱਥੇ ਸਪੋਰਟ ਮਿਲੀ ਹੈ, ਇਟ ਇਜ਼ ਅਨਸਪੀਕੇਬਲ ਟੂ ਅ ਲੈਵਲ ਕਿ ਜਿਹੜਾ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਸੀ ਕਿ ਕੋਵਿਡ ਦੇ ਟਾਈਮ ਦੇ ਵਿੱਚ ਬਿਜ਼ਨਸਿਸ ਨੂੰ ਇਸ ਤਰ੍ਹਾਂ ਸਪੋਰਟ ਮਿਲੇਗੀ। ਫਾਈਨੈਂਸ਼ੀਅਲੀ ਵੀ ਜੌਬ ਜਿਹੜੀ EMPLOYEES ਨੇ ਉਹਨਾਂ ਦੀ ਸੈਲਰੀਜ਼ ਇਸ ਟਾਈਮ ਗਵਰਨਮੈਂਟ ਪੇ ਕਰ ਰਹੀ ਹੈ। ਅਸੀਂ ਇਸ ਟਾਈਮ ਵਾਈਲ ਵੀ ਆਰ ਟਾਕਿੰਗ, ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਅਸੀਂ ਇੱਥੇ ਰਿਸਟ੍ਰਿਕਸ਼ਨ ਚੱਲ ਰਹੀਆਂ, ਲੇਕਿਨ ਗਵਰਨਮੈਂਟ ਇਜ਼ ਡੂਇੰਗ देयर ਬੈਸਟ। ਇੱਥੇ ਡੈਥਸ ਲਾਈਫ ਦੀ ਜਿਹੜੀ ਵੈਲਿਊ ਹੈ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ ਤੇ ਇਹ ਸਾਰੀ ਜਿਹੜੀ ਚੀਜ਼ਾਂ ਇਕਨੋਮੀ ਜਿਹੜੀ ਇੱਕ ਹਰ ਪਰਸਨ ਨੂੰ ਪਰਸਨਲ ਤੌਰ ਤੇ ਇਫੈਕਟ ਕਰਦੀਆਂ, ਇਹਨਾਂ ਨੂੰ ਇੱਥੇ ਲੁੱਕ ਆਫਟਰ ਕੀਤਾ ਜਾਂਦਾ ਹੈ ਗਵਰਨਮੈਂਟ ਵੱਲੋਂ। ਤੇ ਸਰ ਜੇਕਰ ਆਪਾਂ ਬਿਜ਼ਨਸ ਗਵਰਨਮੈਂਟ ਹੋਰ ਜੀ ਸਰ, ਤੁਹਾਨੂੰ ਕੋਈ ਤਕਲੀਫ ਹੋਏ, ਉਹ ਪਹਿਲਾਂ ਹੀ ਸਮਝ ਕੇ ਤੁਹਾਨੂੰ ਉਹਦਾ ਸੋਲੂਸ਼ਨ ਦੇ ਦਿੰਦੀ ਹੈ। ਫੋਰ ਐਗਜ਼ਾਮਪਲ ਪਿਛਲੇ ਮਹੀਨੇ 6 ਮਹੀਨੇ ਲੋਕਡਾਊਨ ਰਿਹਾ ਹੈ, ਜਦੋਂ ਕਰੋਨਾ ਦਾ ਚੱਲ ਰਿਹਾ ਸੀ। ਗਵਰਨਮੈਂਟ ਨੇ ਵਿਦਆਊਟ ਐਨੀ ਬਿਜ਼ਨਸ ਗੋਇੰਗ ਸਿੱਧਾ ਜਾ ਕੇ ਉਹਨਾਂ ਤੋਂ ਪੁੱਛਣ ਤੋਂ ਪਹਿਲਾਂ ਗਵਰਨਮੈਂਟ ਨੇ ਖੁਦ ਹੀ ਕਹਿਤਾ ਕਿ ਪਰ EMPLOYEE ਪਰ ਬਿਜ਼ਨਸ ਅਸੀਂ ਤੁਹਾਨੂੰ ਹਰ ਮਹੀਨੇ ਦਾ ਇੰਨਾ ਤੁਹਾਡੇ ਅਕਾਊਂਟ 'ਚ ਦੇ ਦਾਂਗੇ, ਸੋ ਦੈਟ ਤੁਸੀਂ ਉਹਨਾਂ ਨੂੰ EMPLOY ਰੱਖੋ, ਕਿ ਉਹਨਾਂ ਨੂੰ ਮਤਲਬ ਜੌਬ 'ਚੋਂ ਨਾ ਕੱਢੋ। ਉਸ ਤਰੀਕੇ ਨਾਲ ਇੱਥੇ ਅਨਇੰਪਲੋਇਮੈਂਟ ਰੇਟ ਹੁਣ ਕਿੰਨੀ ਹੈ? ਲੈਸ ਦੈਨ 5% ਹੈ। ਅੱਛਾ। ਐਂਡ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਇਜ਼ ਦਾ ਵਨ ਆਫ ਦਾ ਲਾਈਕ ਟੌਪ ਕੰਟਰੀਜ਼ ਦੇ ਵਿੱਚ ਹੈ ਜਿਹਦੇ 'ਚ ਕਿ ਮਿਲੀਅਨਰਸ ਮੂਵ ਹੋ ਰਹੇ। ਆਪਾਂ ਇੱਥੇ ਗੱਲ ਕਰੀਏ ਤੇ ਅਸੀਂ ਸਟੂਡੈਂਟਸ ਦਾ ਜਾਂ ਜਨਰਲੀ ਇੰਡੀਆ ਦੇ ਵਿੱਚ ਉਹ ਇੰਪ੍ਰੈਸ਼ਨ ਰਹਿੰਦਾ ਕਿ ਸਟੂਡੈਂਟਸ ਹੀ ਬਾਹਰ ਜਾਂਦੇ ਨੇ, ਲੇਕਿਨ ਅਗਰ ਤੁਸੀਂ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਵੈਬਸਾਈਟ ਤੋਂ ਜਿਹੜਾ ਕਿ ਅਸੀਂ ਇਨਫੋਰਮੇਸ਼ਨ ਤੁਹਾਨੂੰ ਵੀ ਸ਼ੇਅਰ ਕਰ ਦਾਂਗੇ ਸਾਡੀ, ਉਹ ਦੱਸਦੇ ਨੇ ਕਿ ਹਾਈਐਸਟ ਨੰਬਰ ਆਫ ਮਿਲੀਅਨਰਸ ਆਸਟ੍ਰੇਲੀਆ ਮੂਵ ਹੋਏ ਨੇ and they are not students, they are millionaires or billionaires who hold money, and the reason is because
देयर इज अ क्वालिटी ऑफ लाइफ, नॉट जस्ट मनी ਕਿ ਤੁਸੀਂ ਇੱਥੇ ਪੈਸਾ ਕਮਾਉਣ ਆ ਰਹੇ ਹੋ। ਇਹ ਜਿਹੜਾ ਐਕਸਪੋਜ਼ਰ ਹੈ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਓਪਨ ਅਪ ਕਰਦਾ ਜੋ ਸਾਡੇ ਪਾਸਟ ਦੇ ਕਲਾਇੰਟਸ ਨੇ ਜਿਹੜੇ ਬਿਜ਼ਨਸ ਕਰ ਚੁੱਕੇ ਨੇ ਇੰਡੀਆ 'ਚ ਵੀ ਤੇ ਇੱਥੇ ਵੀ, ਦੇ ਟੈਲ ਅਸ ਦਾ ਡਿਫਰੈਂਸ। ਤੇ ਅਸੀਂ ਉਹ ਚੀਜ਼ ਲੈ ਕੇ ਆਉਣਾ ਚਾਹੁੰਦੇ ਸੀ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਕਿ ਜਿਹੜੇ ਬਿਜ਼ਨਸ ਕਲਾਇੰਟ ਨੇ ਜਾਂ ਲੋਕੀ ਨੇ ਜਿਹੜੇ ਐਸਪੀਰੈਂਟ ਨੇ ਜਿਨ੍ਹਾਂ ਨੂੰ ਐਡਵਾਈਸ ਨਹੀਂ ਹੈ, ਸਾਡਾ ਉੱਥੇ ਚੰਡੀਗੜ੍ਹ ਵੀ ਆਫਿਸ ਹੈ, ਅਸੀਂ ਫ੍ਰੀਕੁਐਂਟਲੀ ਉੱਥੇ ਟਰੈਵਲ ਕਰਦੇ ਰਹਿੰਦੇ ਹਾਂ। ਬਸ ਲਾਸਟ 1.5 ਈਅਰ ਤੋਂ ਨਹੀਂ ਆ ਪਾਏ ਬਿਕੋਜ਼ ਆਫ ਰਿਸਟ੍ਰਿਕਸ਼ਨਸ, ਬਟ ਵੀ ਆਰ ਵੈਰੀ ਅਪਰੋਚੇਬਲ ਐਂਡ ਗਵਰਨਮੈਂਟ ਸਾਡੇ ਨਾਲ ਨੇ। ਸਾਡੇ ਨਾਲ ਸਾਊਥ ਆਸਟ੍ਰੇਲੀਆ ਦੀ ਗਵਰਨਮੈਂਟ ਪਾਰਟਨਰ ਹੈ ਜਿਹੜੀ ਕਿ ਸਾਡੇ ਨਾਲ ਅਸੀਂ ਜਦੋਂ ਵੀ ਕੋਈ ਵੈਬਿਨਾਰ ਜਾਂ ਸੈਮੀਨਾਰ ਕਰਦੇ ਹਾਂ ਦੇ ਸਟੈਂਡ ਵਿਦ ਅਸ, ਐਂਡ ਜਿਹੜੇ ਉਹਨਾਂ ਦੇ ਪ੍ਰੋਗਰਾਮ ਹੈ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਹਾਂ। ਸਰ ਬਿਜ਼ਨੈਸਿਸ ਦੀ ਗੱਲ ਕਰੀਏ ਆਪਾਂ, ਤੁਸੀਂ ਕਿਹਾ ਕਿ ਆਪਣਾ ਕੋਈ ਨਵਾਂ ਬਿਜ਼ਨਸ ਵੀ ਸ਼ੁਰੂ ਕਰ ਸਕਦਾ ਹੈ ਜਾਂ ਟੇਕ ਓਵਰ ਕਰ ਸਕਦਾ ਹੈ। ਕਿੱਦਾਂ ਦੇ ਬਿਜ਼ਨਸ ਦੀ ਆਪਸ਼ਨਸ ਹੈ ਵੀ ਉਹ ਬੰਦਾ ਜਿਹੜਾ ਉੱਥੇ ਨਵਾਂ ਵੀ ਚਲਾ ਸਕਦਾ ਤੇ ਟੇਕ ਓਵਰ ਵੀ ਕਰ ਸਕਦਾ? ਬਿਜ਼ਨਸ ਦੇ ਦੇਖੋ ਇੱਥੇ ਕੀ ਹੈ ਕਿ ਫਰੈਂਚਾਈਜ਼ੀ ਮਾਡਲਸ ਨੇ ਜਿਹੜੇ ਕਿ ਕੰਪਨੀ ਕੰਟਰੋਲ ਨੇ। ਕੰਪਨੀ ਜਿਹੜੀ ਫਰੈਂਚਾਈਜ਼ਰ ਹੈ ਉਹ ਟ੍ਰੇਨਿੰਗ ਦਿੰਦੇ ਨੇ। ਜਿਸ ਤਰ੍ਹਾਂ ਸਪੋਜ਼ ਤੁਸੀਂ KFC ਹੈ, ਮੈਕਡੋਨਲਡਸ ਹੈ, ਸਬਵੇ ਹੈ, ਫੂਡ ਫਰੈਂਚਾਈਜ਼ੀਜ਼ ਨੇ। ਦੈਨ ਤੁਹਾਡਾ ਅਗਰ ਤੁਸੀਂ ਆਪਣਾ ਸੈਟਅਪ ਕਰਕੇ ਕੋਈ ਸ਼ੈਫ ਹੈ ਜਾਂ ਰੈਸਟੋਰੈਂਟ ਇੰਡਸਟਰੀ ਤੋਂ ਆ ਰਿਹਾ, ਰੈਸਟੋਰੈਂਟ ਇੰਡਸਟਰੀ ਬਹੁਤ ਅੱਛੀ ਚੱਲਦੀ ਹੈ ਇੱਥੇ, ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਉਹ ਰਨ ਕਰ ਸਕਦੇ ਨੇ। ਅਗਰ ਉਸ ਤੋਂ ਇਲਾਵਾ ਜਿਹੜੇ ਨੇ ਰੀਟੇਲ ਸਟੋਰ ਨੇ, ਗੈਸ ਸਟੇਸ਼ਨ ਨੇ, ਸਰਵਿਸ ਸਟੇਸ਼ਨਸ ਨੇ, ਪੋਸਟ ਆਫਿਸ ਨੇ, ਦੇ ਆਰ ਵੈਰੀ ਸਿਕਿਉਰਡ ਬਿਜ਼ਨਸ ਜਿਹਦੇ 'ਚ ਕਿ ਤੁਹਾਨੂੰ ਜਿਹੜਾ ਪਾਸਟ ਓਨਰ ਹੈ ਉਹ ਬਿਜ਼ਨਸ ਦੇ ਪ੍ਰੋਫਿਟ ਐਂਡ ਲਾਸ ਸ਼ੇਅਰ ਕਰ ਦਿੰਦਾ। ਤੇ ਤੁਸੀਂ ਉਸ ਤੋਂ ਆਈਡੀਆ ਲਗਾ ਸਕਦੇ ਹੋ ਕਿ ਤੁਸੀਂ ਇਹ ਬਿਜ਼ਨਸ ਦੇ ਵਿੱਚ ਅਗਰ ਉਹ $300,000 ਦਾ ਜਾਂ $400,000 ਦਾ ਲੈ ਰਹੇ ਹੋ ਤੇ ਤੁਹਾਡਾ ਡੇ 1 ਤੋਂ ਤੁਸੀਂ ਪ੍ਰੋਫਿਟ ਦੇ ਵਿੱਚ ਹੋ, ਇੰਨਾ ਪ੍ਰੋਫਿਟ ਤੁਹਾਨੂੰ ਮਿਲੇਗਾ ਹੀ ਮਿਲੇਗਾ। ਸਰ ਜਿਸ ਤਰ੍ਹਾਂ ਰਨਿੰਗ ਬਿਜ਼ਨਸ ਜੇਕਰ ਆਪਾਂ ਕਿਸੇ ਦਾ ਟੇਕ ਓਵਰ ਕਰਦੇ ਹਾਂ, ਜਿਵੇਂ ਕਈਆਂ ਦੀਆਂ ਲਾਇਬਿਲਿਟੀਜ਼ ਬਹੁਤ ਹੁੰਦੀਆਂ ਨੇ, ਕਈਆਂ ਨੇ ਲੋਨਸ ਉਸ ਬਿਜ਼ਨਸ 'ਤੇ ਲਿੱਤੇ ਹੁੰਦੇ ਨੇ, ਉਹ ਫਿਰ ਉਸ ਚੀਜ਼ਾਂ ਦਾ ਕਿਸ ਤਰ੍ਹਾਂ ਪਤਾ ਲੱਗਦਾ? ਜਿਸ ਤਰ੍ਹਾਂ ਫਰਜ਼ ਕਰ ਲਓ ਕਿ ਮੈਂ ਉੱਥੇ ਇੱਕ ਬਿਜ਼ਨਸ ਟੇਕ ਓਵਰ ਕਰਨਾ ਹੈ, ਮੈਂ ਟੇਕ ਓਵਰ ਕਰ ਲਿਆ, ਮੈਨੂੰ ਪਹਿਲਾਂ ਨਹੀਂ ਪਤਾ ਸੀਗਾ ਉਹਨਾਂ ਦੀਆਂ ਕੁਝ ਲਾਇਬਿਲਿਟੀਜ਼ ਵੀ ਸੀਗੀਆਂ, ਉਹ ਮੈਨੂੰ ਬਾਅਦ 'ਚ ਪਤਾ ਲੱਗਿਆ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਵੀ ਕਾਫੀ ਇੱਦਾਂ ਹੁੰਦਾ, ਉਸ ਦਾ ਕੀ ਸਾਰਾ ਕੀ ਲਾਇਬਿਲਿਟੀਜ਼ ਪਹਿਲਾਂ ਹੀ ਪਤਾ ਲੱਗ ਜਾਂਦੀ ਹੈ, ਸਭ ਕੁਝ ਟਰਾਂਸਪੇਰੈਂਟ ਹੁੰਦਾ? ਸਨਮ ਜੀ ਦੀ ਬਹੁਤ ਅੱਛਾ ਕੁਐਸਚਨ ਹੈ, ਕਿਉਂਕਿ ਇੱਥੇ ਮੈਂ ਤੁਹਾਨੂੰ ਦੱਸਾਂਗਾ ਕਿ ਜਦੋਂ ਤੁਸੀਂ ਇੱਥੇ ਆ ਕੇ ਓਨਰ ਨਵੇਂ ਬਿਜ਼ਨਸ ਦੇ ਬਣਦੇ ਹੋ, ਤੁਸੀਂ ਆਪਣੀ ਨਈ ਫਰੈਸ਼ ਕੰਪਨੀ ਬਣਾਉਂਦੇ ਹੋ। ਤੇ ਜਿਹੜੀ ਪ੍ਰੀਵੀਅਸ ਕੰਪਨੀ ਦੀ ਲਾਇਬਿਲਿਟੀਜ਼ ਨੇ ਜਾਂ ਟੈਕਸ ਲਾਇਬਿਲਿਟੀਜ਼ ਹੈ ਜਾਂ EMPLOYEES ਤੋਂ ਰਿਲੇਟਡ ਹੈ, ਉਹ ਪੁਰਾਣੀ ਕੰਪਨੀ ਦੇ ਨਾਲ ਸੈਟਬੈਕ ਪਿੱਛੇ ਰਹਿ ਜਾਂਦੀਆਂ ਨੇ। ਤੁਸੀਂ ਫਰੈਸ਼ ਕੰਪਨੀ ਦੇ ਵਿੱਚ ਤੁਸੀਂ ਓਨ ਡਾਇਰੈਕਟਰ ਹੋ, ਤੁਹਾਡੇ ਆਪਣੇ ਬੈਂਕ ਅਕਾਊਂਟਸ ਆਪਣੇ ਨਾਮ ਕੰਪਨੀ ਦੇ ਨਾਮ ਤੋਂ ਖੁੱਲਦੇ ਆ, ਤੇ ਜਿਹੜਾ ਕੰਟਰੈਕਟ ਆਫ ਸੇਲ ਬਣਦਾ, ਜਿਸ ਤਰ੍ਹਾਂ ਇੱਕ ਪ੍ਰਾਪਰਟੀ ਦੀ ਬਾਇੰਗ ਸੈਲਿੰਗ ਹੁੰਦੀ ਹੈ, ਇਸੇ ਵੇ ਨਾਲ ਇੱਕ ਬਿਜ਼ਨਸ ਦਾ ਕੰਟਰੈਕਟ ਆਫ ਸੇਲ ਐਂਡ ਬਾਇੰਗ ਬਣਦਾ, ਜਿਹਦੇ ਵਿੱਚ ਕਿ ਜੋ ਤੁਸੀਂ ਐਸੈਟਸ ਲੈ ਰਹੇ ਹੋ ਉਹ ਤੁਹਾਡੇ ਨਾਮ ਲਿਸਟ ਹੁੰਦੇ ਨੇ, ਇੰਕਲੂਡਿੰਗ ਅਗਰ ਪ੍ਰਾਪਰਟੀ ਹੈ ਜਾਂ ਤੁਹਾਡੇ ਉਸ ਐਸੈਟਸ ਦੇ ਵਿੱਚ ਕੋਈ ਮਸ਼ੀਨਰੀ ਜਾਂ ਇਕਵਿਪਮੈਂਟ ਆ ਰਿਹਾ ਨਾਲ, ਉਹ ਤੁਹਾਡੇ ਨਾਮ ਉਸ ਕੰਟਰੈਕਟ ਦੇ ਵਿੱਚ ਮੈਂਸ਼ਨ ਹੋਏਗਾ। ਔਰ ਜਿਹੜੀ ਲਾਇਬਿਲਿਟੀਜ਼ ਹੈ ਉਹ ਨਹੀਂ ਆਉਂਦੀਆਂ, ਕਿਉਂਕਿ ਤੁਹਾਡੇ ਨਾਲ ਤੁਸੀਂ ਸਿਰਫ ਐਸੈਟ ਬਾਏ ਕਰ ਰਹੇ ਹੋ, ਗੁੱਡਵਿਲ ਬਾਏ ਕਰ ਰਹੇ ਹੋ। ਤੁਸੀਂ ਲਾਇਬਿਲਿਟੀਜ਼ ਆਰ ਅਟੈਚਡ ਟੂ ਦ ਬਿਜ਼ਨਸ ਪ੍ਰੀਵੀਅਸ ਕੰਪਨੀ। ਯੈਸ, ਤੁਸੀਂ ਪ੍ਰੀਵੀਅਸ ਕੰਪਨੀ ਦੇ ਵਿੱਚ ਕਿਸੇ ਚ ਐਜ਼ ਅ ਓਨਰ ਜਾਂ ਪਾਰਟਨਰ ਬਣਦੇ ਹੋ, then you are liable for that। ਔਰ ਇੱਥੇ ਐਕਸਪਰਟ ਅਕਾਊਂਟੈਂਟਸ ਨੇ ਜਿਹੜੇ ਕਿ ਤੁਹਾਡੇ ਬਿਹਾਫ ਤੇ ਸਾਰੀਆਂ ਚੀਜ਼ਾਂ ਚੈੱਕ ਕਰਦੇ ਨੇ। ਤੁਸੀਂ ਬਿਜ਼ਨਸ ਇੰਡੀਆ ਬਹਿ ਕੇ ਨਹੀਂ ਖਰੀਦ ਰਹੇ, ਤੁਸੀਂ ਇੱਥੇ ਆਉਂਦੇ ਹੋ। ਫੋਰ ਐਗਜ਼ਾਮਪਲ ਤੁਸੀਂ 4 ਬਿਜ਼ਨਸ ਦੇਖਦੇ ਹੋ, 4 ਦੀ ਬੁੱਕਸ ਦੇਖਦੇ ਹੋ, ਆਪਣੇ ਨਾਲ ਅਕਾਊਂਟੈਂਟ ਨਾਲ ਰੱਖਦੇ ਹੋ, CA ਨਾਲ ਰੱਖਦੇ ਹੋ, ਪਲੱਸ ਇੱਥੇ ਜਿਹੜੀ ਸੁਣਵਾਈ ਹੈ ਉਹ ਬਹੁਤ ਮਤਲਬ ਕਲੀਅਰ ਕੱਟ ਹੈ। ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈ ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੋ ਕਿ ਦਿਖਾਇਆ ਕੁਝ ਸੀ ਤੇ ਦੇ ਕੁਝ ਔਰ ਦਿੱਤਾ ਹੈ। ਇਨਫੈਕਟ ਇੱਥੇ ਕੀ ਹੈ ਕਿ ਬਿਜ਼ਨਸ ਦੇ ਵਿੱਚ ਜਿਹੜੇ ਜਦੋਂ ਤੁਸੀਂ ਕੋਈ ਬਿਜ਼ਨਸ ਲੈ ਲੈਂਦੇ ਹੋ ਤੇ ਤੁਹਾਨੂੰ ਉੱਥੇ ਟਰਾਇਲ ਪੀਰੀਅਡ ਵੀ ਦਿੰਦੇ ਆ ਕੁਝ ਬਿਜ਼ਨਸ ਕਿ ਤੁਸੀਂ 1 ਮਹੀਨਾ ਤੁਸੀਂ ਉੱਥੇ ਖੜ ਕੇ ਦੇਖ ਸਕਦੇ ਹੋ। ਦੇ ਅਲਾਉ ਯੂ, ਬਿਕੋਜ਼ ਇੰਨੀ ਟਰਾਂਸਪੇਰੈਂਸੀ ਉਹ ਰੱਖਦੇ ਆ ਕਿ ਤੁਸੀਂ ਤੁਹਾਡਾ ਕੰਸਰਨ ਕੀ ਹੈ ਉਹਨਾਂ ਦੇ ਮਾਈਂਡ 'ਚ ਆਲਰੇਡੀ ਹੈ ਐਜ਼ ਅ ਬਾਇਰ ਕਿ ਅਸੀਂ ਵੀ ਇਹ ਬਿਜ਼ਨਸ ਲੈਣਾ ਤੇ ਅਸੀਂ ਆਹ ਚੀਜ਼ਾਂ ਸੋਚਦੇ ਹਾਂ, ਤੇ ਹੈਲਪ ਕਰਦੇ ਨੇ, ਟ੍ਰੇਨ ਕਰਦੇ ਨੇ ਤੁਹਾਡੇ ਨਾਲ। ਤੁਹਾਨੂੰ ਉਸ ਚੀਜ਼ ਦਾ ਪਾਰਟ ਆਫ ਦਾ ਐਗਰੀਮੈਂਟ ਹੁੰਦਾ ਕਿ ਅਸੀਂ 3 ਮਹੀਨੇ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਕਿ ਕਿਸ ਤਰ੍ਹਾਂ ਬਿਜ਼ਨਸ ਰਨ ਕਰਨਾ ਹੈ। ਤੇ ਬਹੁਤ ਸਾਰੀਆਂ ਚੀਜ਼ਾਂ। ਜਿਸ ਤਰ੍ਹਾਂ ਆਪਾਂ ਸਟਾਰਟਿੰਗ 'ਚ ਵੀ ਗੱਲ ਕੀਤੀ ਕਿ ਤੁਸੀਂ ਨਿਊਜ਼ੀਲੈਂਡ ਦਾ ਵੀ ਲਾਇਸੈਂਸ ਰੱਖਦੇ ਹੋ, ਪਰ ਤੁਸੀਂ ਆਸਟ੍ਰੇਲੀਆ ਦਾ ਹੀ ਬਿਜ਼ਨਸ ਵੀਜ਼ਾ ਕਿਉਂ ਕਹਿੰਦੇ ਹੋ? ਕਿਉਂ ਬੰਦਾ ਆਸਟ੍ਰੇਲੀਆ ਹੀ ਚੁਣੇ? ਵੀ ਆਸਟ੍ਰੇਲੀਆ 'ਚ ਕੀ ਅਜਿਹਾ ਹੈਗਾ ਵਾਈ ਆਸਟ੍ਰੇਲੀਆ ਹੀ ਚੁਣੇ ਬਿਜ਼ਨਸ ਦੇ ਲਈ? ਆਸਟ੍ਰੇਲੀਆ ਨਿਊਜ਼ੀਲੈਂਡ ਦੇਖੋ ਇੱਕ ਇਹਨਾਂ ਦਾ ਇੱਕ ਐਗਰੀਮੈਂਟ ਹੈਗਾ ਕਿ ਆਸਟ੍ਰੇਲੀਅਨ ਸਿਟੀਜ਼ਨਸ ਕੈਨ ਆਲਸੋ ਲਿਵ ਇਨ ਨਿਊਜ਼ੀਲੈਂਡ ਸਿਟੀਜ਼ਨ ਇੱਥੇ ਰਹਿ ਸਕਦੇ ਨੇ। ਲੁਕਿੰਗ ਐਟ ਦ ਸਾਈਜ਼ ਆਫ ਦ ਬਿਜ਼ਨਸ ਜਾਂ ਕੰਟਰੀ ਦਾ ਸਾਈਜ਼,
ਕਿਉਂਕਿ ਨਿਊਜ਼ੀਲੈਂਡ ਦਾ ਜਿਹੜਾ ਬਿਜ਼ਨਸ ਵੀਜ਼ਾ ਇਹ ਥੋੜਾ ਇਨੋਵੇਸ਼ਨ ਜਾਂ ਐਕਸੈਪਸ਼ਨਲ ਤੁਹਾਨੂੰ ਇਸ ਤਰ੍ਹਾਂ ਦਾ ਬਿਜ਼ਨਸ ਲੈ ਕੇ ਆਉਣਾ ਪੈਂਦਾ ਆਈਡੀਆ ਜਿਹਦੇ ਵਿੱਚ ਕਿ ਤੁਸੀਂ ਕੋਈ ਐਕਸਪੋਰਟ ਕਰ ਰਹੇ ਹੋ ਉਹਨੂੰ ਪ੍ਰੈਫਰ ਕਰਦੇ ਤੁਹਾਨੂੰ ਬਿਜ਼ਨਸ ਪਲਾਨ ਪਹਿਲਾਂ ਦੇਣਾ ਪੈਂਦਾ ਜਿਹਦੇ 'ਚ ਕਿ ਤੁਸੀਂ ਉਹਨਾਂ ਨੂੰ ਕਨਵਿੰਸ ਕਰਦੇ ਹੋ ਕਿ ਤੁਸੀਂ ਕੰਟਰੀ ਨੂੰ ਨਾਟ ਓਨਲੀ ਇਨਵੈਸਟਮੈਂਟ ਉਸ ਤੋਂ ਇਲਾਵਾ ਕੀ ਲੈ ਕੇ ਆ ਰਹੇ ਹੋ ਕਿਹੜਾ ਆਈਡੀਆ ਹੈ ਜਾਂ ਜੋ ਉੱਥੇ ਬਿਜ਼ਨਸ ਜਾਂ ਜੌਬ ਕ੍ਰੀਏਸ਼ਨ ਕਿਸ ਤਰ੍ਹਾਂ ਜ਼ਿਆਦਾ ਹੋ ਸਕਦੀ ਹੈ ਆਸਟ੍ਰੇਲੀਆ ਬਿਕੋਜ਼ ਬੀਇੰਗ ਅ ਬਿਗ ਇਕੋਨਮੀ ਅਸੀਂ ਇੱਥੇ ਜੋ ਪਾਸਟ ਦੇ ਵਿੱਚ ਐਕਸਪੀਰੀਅੰਸ ਸਾਡੇ ਕਲਾਇੰਟਸ ਦਾ ਰਿਹਾ ਹੈ ਬਹੁਤ ਸਮੂਥ ਰਿਹਾ ਹੈ in terms of buying a business ਦੇ ਆਪਸ਼ਨਸ ਜ਼ਿਆਦਾ ਨੇ ਹੁਣ ਨਿਊਜ਼ੀਲੈਂਡ ਇਜ਼ ਮੋਰ ਲਾਈਕ ਅ ਇਕੋਨਮੀ ਜਿਹੜੀ ਕਿ ਟੂਰਿਜ਼ਮ ਹੈ ਉੱਥੇ ਜ਼ਿਆਦਾ ਉੱਥੇ ਲਿਮਿਟਡ ਰਹਿ ਜਾਂਦੇ ਮੈਨੂਫੈਕਚਰਿੰਗ ਇੰਨੀ ਨਹੀਂ ਹੈਗੀ ਨਾ ਅਸੀਂ ਡਿਪੈਂਡਿੰਗ ਔਨ ਦਾ ਕਲਾਇੰਟ ਪ੍ਰੋਫਾਈਲ ਜੋ ਉਹਨਾਂ ਦਾ ਪ੍ਰੋਫਾਈਲ ਹੈ ਅਗਰ ਤੁਸੀਂ ਕਲਾਇੰਟ ਦਾ ਇਸ ਤਰ੍ਹਾਂ ਦਾ ਕੁਝ ਬਿਜ਼ਨਸ ਦਾ ਆਈਡੀਆ ਹੈ ਤੇ ਅਸੀਂ ਉਹਨੂੰ ਨਿਊਜ਼ੀਲੈਂਡ ਦੇ ਲਈ ਵੀ ਰਿਕਮੈਂਡ ਕਰਦੇ ਹਾਂ ਡਿਪੈਂਡਿੰਗ ਔਨ ਦਾ ਬੈਕਗਰਾਉਂਡ ਬਿਕੋਜ਼ ਨਿਊਜ਼ੀਲੈਂਡ ਜਿਹੜਾ ਵੀਜ਼ਾ ਹੈ ਨਾ ਬਿਜ਼ਨਸ ਦਾ that is more suitable for people ਜਿਹੜਾ ਇਨਵੈਸਟ ਕਰਨਾ ਚਾਹੁੰਦੇ ਨੇ ਜਸਟ ਲਾਈਕ ਹੁਣ ਉਹਦਾ ਪ੍ਰੋਗਰਾਮ ਚੱਲ ਰਿਹਾ 2.5 ਮਿਲੀਅਨ ਡਾਲਰਸ ਦਾ ਅਗਰ ਤੁਸੀਂ ਉੱਥੇ ਆ ਕੇ ਇਨਵੈਸਟ ਕਰਨਾ ਚਾਹੁੰਦੇ ਹੋ ਬਟ ਆਸਟ੍ਰੇਲੀਅਨ ਜਿਹੜਾ ਬਿਜ਼ਨਸ ਵੀਜ਼ਾ ਪ੍ਰੋਗਰਾਮ ਹੈ that is more ਕਿ ਜਿਹਦੇ ਚ ਇਨਵੈਸਟਮੈਂਟ ਘੱਟ ਹੈ ਬਟ ਰਿਟਰਨ ਜ਼ਿਆਦਾ ਹੈ ਠੀਕ ਹੈ ਤੇ ਸਰ ਸਰਕਾਰ ਦੇ ਵੱਲੋਂ ਉੱਥੇ ਜਿਹੜੀ ਆਸਟ੍ਰੇਲੀਆ ਦੀ ਗਵਰਨਮੈਂਟ ਹੈ ਉਹਨਾਂ ਦੇ ਵੱਲੋਂ ਜਿਹੜੇ ਇੱਥੇ ਬਿਜ਼ਨਸ ਕਰਦੇ ਨੇ ਉਹਨਾਂ ਨੂੰ ਫੈਸਿਲਿਟੀਜ਼ ਕੀ ਦਿੱਤੀਆਂ ਜਾਂਦੀਆਂ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਜਦੋਂ ਸਰਕਾਰਾਂ ਬਿਜ਼ਨਸ ਪ੍ਰਮੋਟ ਕਰਦੀਆਂ ਨੇ ਤਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਵਾਅਦੇ ਕਰਦੀਆਂ ਜਿਸ ਤਰ੍ਹਾਂ ਵੀ ਤੁਹਾਨੂੰ ਅਸੀਂ ਲੈਂਡ 'ਤੇ ਸਬਸਿਡੀ ਦੇਵਾਂਗੇ ਇਲੈਕਟ੍ਰਿਸਿਟੀ 'ਤੇ ਸਬਸਿਡੀ ਦੇਵਾਂਗੇ ਇੰਟਰਸਟ ਰੇਟਸ 'ਤੇ ਸਬਸਿਡੀ ਦੇਵਾਂਗੇ ਆਸਟ੍ਰੇਲੀਅਨ ਗਵਰਨਮੈਂਟ ਕੋਈ ਇਸ ਤਰ੍ਹਾਂ ਦੇ ਫੈਸਿਲਿਟੀਜ਼ ਦਿੰਦੀ ਹੈ ਜੇ ਇਸ ਤਰ੍ਹਾਂ ਦੀ ਨਹੀਂ ਤਾਂ ਕਿਸ ਤਰ੍ਹਾਂ ਦੀਆਂ ਫੈਸਿਲਿਟੀਜ਼ ਆਸਟ੍ਰੇਲੀਅਨ ਗਵਰਨਮੈਂਟ ਦਿੰਦੀ ਹੈ ਦੇਖੋ ਜਿਹੜਾ ਇਹ ਵੀਜ਼ਾ ਹੈ ਇਹਦੇ ਵਿੱਚ ਦੇ ਨੂੰ ਕਿ ਤੁਹਾਡੇ ਕੋਲ ਪਾਸਟ ਦਾ ਬਿਜ਼ਨਸ ਐਕਸਪੀਰੀਅੰਸ ਹੈ ਔਰ ਨਾਓ ਜਦੋਂ ਤੁਸੀਂ ਇੱਕ ਬਿਜ਼ਨਸ ਓਨਰ ਬਣ ਜਾਂਦੇ ਹੋ ਤੇ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਰਨਿੰਗ ਕਾਸਟ ਹੈ ਬਿਜ਼ਨਸ ਦੀ ਉਹ ਪਹਿਲਾਂ ਤੋਂ ਹੀ ਵਰਕਆਊਟ ਕਰਕੇ ਚੱਲਦੇ ਹੋ ਕਿ ਤੁਹਾਡਾ ਇੰਨਾ ਇਸ ਦੇ ਵਿੱਚ ਇਨਵੈਸਟਮੈਂਟ ਹੈਗੀ ਹੈ ਨਾਓ ਕਮਿੰਗ ਟੂ ਜਿਹੜੀ ਸਪੋਰਟ ਜਾਂ ਗਵਰਨਮੈਂਟ ਦੀ ਹੈ ਟਾਈਮ ਟੂ ਟਾਈਮ ਇੱਥੇ ਪ੍ਰੋਗਰਾਮ ਆਉਂਦੇ ਰਹਿੰਦੇ ਆ ਇਨ ਕੇਸਿਸ ਆਫ ਜਿਸ ਤਰ੍ਹਾਂ ਹੁਣ ਪਿੱਛੇ ਬੁਸ਼ ਫਾਇਰ ਹੋਈ ਸੀਗੀ ਇਹੋ ਜਿਹੀ ਜਿਹੜੀ ਨੈਚੁਰਲ ਕੈਲਮਿਟੀਜ਼ ਦੇ ਟਾਈਮ ਗਵਰਨਮੈਂਟ ਅੱਗੇ ਆ ਕੇ ਚਾਹੇ ਤੁਸੀਂ ਬਿਜ਼ਨਸ ਅਗਰ ਤੁਹਾਡਾ ਬਿਜ਼ਨਸ ਅਫੈਕਟ ਹੋਇਆ ਉਹ ਉਸ ਰੀਜਨ ਦੇ ਵਿੱਚ ਆਪਣੇ ਪ੍ਰੋਗਰਾਮ ਲੈ ਕੇ ਆਉਂਦੇ ਆ ਜਿਹਦੇ ਵਿੱਚ ਕਿ ਕੈਸ਼ ਗ੍ਰਾਂਟ ਵੀ ਆਉਂਦੀਆਂ ਹੈਗੀਆਂ ਇਹਦੇ ਵਿੱਚ ਤੁਹਾਡੇ ਬਿਜ਼ਨਸ ਨੂੰ ਸਪੋਰਟ ਕਰਨ ਲਈ ਕੋਈ ਜਿਸ ਤਰ੍ਹਾਂ ਹੁਣ ਕੋਵਿਡ ਦੇ ਟਾਈਮ ਦੇ ਵਿੱਚ ਤੁਹਾਡੇ ਕੁਝ ਜਿਹੜੇ ਰੈਂਟਲਸ ਨੇ ਉਹਨਾਂ ਨੂੰ ਗਵਰਨਮੈਂਟ ਨੇ ਡੈਫਰ ਕਰਨ ਦੇ ਲਈ ਲੈਂਡਲੋਰਡਸ ਨੂੰ ਕਿਹਾ ਹੈਗਾ ਕਿ ਤੁਸੀਂ ਪ੍ਰੋਪਰਟੀਜ਼ ਖਾਲੀ ਨਹੀਂ ਕਰਵਾਉਣੀਆਂ ਇਹੋ ਜਿਹੇ ਕਾਫੀ ਪ੍ਰੋਗਰਾਮ ਜਿਹੜੇ ਨੇ ਉਹ ਆਉਂਦੇ ਰਹਿੰਦੇ ਨੇ ਲੇਕਿਨ ਜਿਹੜੀ ਫਾਈਨੈਂਸ਼ੀਅਲ ਹੈ ਬਿਕੋਜ਼ ਇਹਦੇ ਵਿੱਚ ਇਹ ਪ੍ਰੋਗਰਾਮ ਦੇ ਵਿੱਚ ਯੂ ਆਰ ਸਟਿਲ ਨਾਟ ਅ ਸਿਟੀਜ਼ਨ ਤੇ ਜਿਹੜਾ ਗਵਰਨਮੈਂਟ ਦਾ ਫੋਕਸ ਹੈ ਉਹ ਇਹ ਹੈ ਕਿ ਤੁਹਾਡੇ ਆਉਣ ਦੇ ਨਾਲ ਇੱਥੇ ਜੌਬ ਕ੍ਰੀਏਸ਼ਨ ਹੋਣਗੀ ਜਿਹੜੀ ਸਿਟੀਜ਼ਨ ਨੂੰ ਐਡਵਾਂਟੇਜ ਹੋਏਗੀ ਤੇ ਡਾਊਨ ਦਾ ਲਾਈਨ ਤੁਸੀਂ ਜਦੋਂ ਸਿਟੀਜ਼ਨ ਬਣ ਜਾਂਦੇ ਹੋ ਔਰ ਤੁਸੀਂ ਇੱਕ ਬਿਜ਼ਨਸ ਤੋਂ ਦੂਸਰਾ ਬਿਜ਼ਨਸ ਕਿਸੇ ਰੀਜਨਲ ਏਰੀਆ ਦੇ ਵਿੱਚ ਲੈ ਕੇ ਜਾਂਦੇ ਹੋ ਤਾਂ ਦੈਨ ਯੂ ਆਰ ਐਲੀਜੀਬਲ ਫॉर ਗ੍ਰਾਂਟ ਫॉर ਰੀਲੋਕੇਸ਼ਨ ਦੀ ਗ੍ਰਾਂਟਸ ਆਉਂਦੀ ਹੈ ਕਿ ਤੁਸੀਂ ਸਿਡਨੀ ਤੋਂ ਜਾਂ ਕਿਸੇ ਹੋਰ ਜਗ੍ਹਾ ਤੋਂ ਬਿਜ਼ਨਸ ਮੂਵ ਕਰ ਰਹੇ ਹੋ ਜਾਂ ਉੱਥੇ ਬਾਏ ਕਰ ਰਹੇ ਹੋ ਤੇ ਲੋਕਲ ਕਾਉਂਸਲਸ ਨੇ ਉੱਥੇ ਦੀਆਂ ਜਿਹੜੀਆਂ ਤੁਹਾਡੇ ਬਿਜ਼ਨਸ ਨੂੰ ਸਪੋਰਟ ਕਰਦੀਆਂ ਨੇ ਤੇ ਜਿਸ ਤਰ੍ਹਾਂ ਸਰ ਪੋਪੂਲੇਸ਼ਨ ਦੀ ਜੇਕਰ ਆਪਾਂ ਗੱਲ ਕਰੀਏ ਇੰਡੀਆ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਤੇ ਇੱਥੇ ਲੋਕਾਂ ਨੂੰ ਬਿਜ਼ਨਸ ਕਰਨ 'ਚ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਉਸ ਅਕੋਰਡਿੰਗ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਕਿੰਨੀ ਕੁ ਦਿੱਕਤ ਉੱਥੇ ਲੋਕਾਂ ਨੂੰ ਆਉਂਦੀ ਹੈ ਆਪਣਾ ਬਿਜ਼ਨਸ ਕਰਨ 'ਚ ਦੇਖੋ ਬਿਜ਼ਨਸ ਦੇ ਵਿੱਚ ਤੇ ਇੱਥੇ ਕਿਉਂਕਿ ਜਿਹੜਾ ਬਿਜ਼ਨਸ ਅਸੀਂ ਜਨਰਲੀ ਕਲਾਇੰਟ ਨੂੰ ਰਿਕਮੈਂਡ ਕਰ ਰਹੇ ਹਾਂ ਉਹ ਇੱਕ ਆਲਰੇਡੀ ਰਨਿੰਗ ਬਿਜ਼ਨਸ ਹੈ ਜਿਹਦੇ ਵਿੱਚ ਕਿ ਉਹਦੀਆਂ ਦਿੱਕਤਾਂ ਚੈਲੰਜਸ ਜਾਂ ਉਹਦੇ 'ਚ ਪਲੱਸ ਜਾਂ ਮਾਈਨਸ ਉਹ ਪਹਿਲਾਂ ਤੋਂ ਹੀ ਕਾਫੀ ਹੱਦ ਤੱਕ ਫੋਰਕਾਸਟ ਕਰ ਲੈਂਦੇ ਨੇ ਜਿਹਦੇ 'ਚ ਕਿ ਐਜ਼ ਫਾਰ ਐਜ਼ ਪੋਪੂਲੇਸ਼ਨ ਇਜ਼ ਕੰਸਰਨ ਤੇ ਇੱਥੇ ਤੁਸੀਂ ਮੈਂ ਇੰਨਾ ਜ਼ਰੂਰ ਕਹਿਣਾ ਚਾਹਾਂਗਾ ਕਿ ਤੁਸੀਂ ਚਾਹੇ ਸਿਡਨੀ ਤੋਂ 200 ਕਿਲੋਮੀਟਰ ਜਾਂ 300 ਕਿਲੋਮੀਟਰ ਰੀਜਨਲ ਜਿਹਨੂੰ ਅਸੀਂ ਕੰਟਰੀ ਸਾਈਡ ਕਹਿੰਦੇ ਹਾਂ ਇਹਦੇ ਵਿੱਚ ਕੋਈ ਇਕਨੋਮਿਕਲੀ ਕੋਈ ਚੀਜ਼ ਦਾ ਫਰਕ ਨਹੀਂ ਹੈਗਾ ਕਿ ਤੁਸੀਂ ਬਿਜ਼ਨਸ ਉੱਥੇ ਅਗਰ ਤੁਸੀਂ ਓਨਲੀ ਥਿੰਗ ਇਜ਼ ਕਿ ਯੈਸ ਦੇਰ ਵੁੱਡ ਬੀ ਸਮ ਡਿਫਰੈਂਸ ਅਬਾਊਟ ਦਾ ਸੇਲਸ ਟਰਨਓਵਰ ਕਿਉਂਕਿ ਉੱਥੇ ਛੋਟਾ ਟਾਊਨ ਹੋਏਗਾ ਬੜੇ ਟਾਊਨ ਦੇ ਵਿੱਚ ਬਟ ਉਹਨਾਂ ਦੀ ਪ੍ਰਾਈਸਿੰਗ ਵੀ ਜ਼ਿਆਦਾ ਹੁੰਦੀ ਹੈ ਤੇ ਐਸ ਸੱਚ ਕੋਈ ਫਰਕ ਲਾਈਫ ਸਟਾਈਲ ਦਾ ਕੋਈ ਫਰਕ ਨਹੀਂ ਹੈਗਾ ਕਿ ਦਿੱਕਤ ਆਏ ਕਿ ਤੁਸੀਂ ਉੱਥੇ ਐਡੀਲੇਡ 'ਚ ਰਹਿ ਰਹੇ ਹੋ ਜਾਂ ਸਿਡਨੀ 'ਚ ਰਹਿ ਰਹੇ ਹੋ ਇਨਫੈਕਟ ਜਿਹੜੀ ਸਟੇਟਸ ਦੇ ਵਿੱਚ ਮਾਈਗ੍ਰੇਸ਼ਨ ਘੱਟ ਹੈਗੀ ਉੱਥੇ ਦੀ ਸਟੇਟਸ ਤੇ ਤੁਹਾਨੂੰ ਨਾਟ ਓਨਲੀ ਬਿਜ਼ਨਸ ਦੇ ਲਈ ਬਿਜ਼ਨਸ ਪਲਾਨਸ ਦੇ ਲਈ ਉੱਥੇ ਕੰਸਲਟੈਂਟ ਨੇ ਪ੍ਰੋਫੈਸ਼ਨਲਸ ਨੇ ਉਹਨਾਂ ਦੇ ਜਿਹੜੇ ਕਿ ਤੁਹਾਨੂੰ ਬਿਜ਼ਨਸ ਦੇ ਵਿੱਚ ਗਾਈਡ ਕਰਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਬਿਜ਼ਨਸ ਨੂੰ ਰਨ ਕਰਨਾ ਹੈ GST ਕੀ ਨੇ ਟੈਕਸਿਸ ਕੀ ਨੇ ਉਹਨਾਂ ਦੇ
ਪੈਕੇजेस ਬਣੇ ਹੋਏ ਨੇ ਜਿਹੜੇ ਕਿ ਤੁਹਾਨੂੰ ਹੈਲਪ ਕਰਦੇ ਨੇ ਦੱਸਣ ਦੇ ਲਈ। ਤਾਂ ਸਰ ਆਪਾਂ ਇਹ ਸਾਰੀ ਆਸਟ੍ਰੇਲੀਅਨ ਵੀਜ਼ੇ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇੰਡੀਆ ਤੋਂ ਜਿਹੜਾ ਬੱਚਾ ਆ ਸਕਦਾ ਹੈ। ਜਿਹੜੇ ਇੰਡੀਆ ਤੋਂ ਸਟੂਡੈਂਟ ਵੀਜ਼ਾ ਦੇ ਪਹਿਲਾਂ ਹੀ ਉੱਥੇ ਬੱਚੇ ਆਏ ਨੇ, ਕੀ ਉਹਨਾਂ ਦੇ ਕੋਲ ਵੀ ਆਪਸ਼ਨ ਹੈਗੀ ਹੈ ਜੇਕਰ ਉਹਨਾਂ ਦਾ ਬਿਜ਼ਨਸ ਕਰਨ ਦਾ ਉੱਥੇ ਦਿਲ ਬਣਦਾ ਹੈ ਜਾਂ ਜਦੋਂ ਉਹਨਾਂ ਦੀ ਸਟੱਡੀ ਖਤਮ ਹੁੰਦੀ ਹੈ ਤੇ ਉਹਨਾਂ ਦੇ ਕੋਲ ਵੀ ਬਿਜ਼ਨਸ ਵੀਜ਼ਾ ਦੇ ਉੱਥੇ ਆਪਸ਼ਨ ਹੈਗੇ ਨੇ? ਬਿਲਕੁਲ, ਸਾਡੇ ਕੋਲ ਪਾਸਟ ਦੇ ਵਿੱਚ ਜਿਹੜੇ ਕਲਾਇੰਟਸ ਨੂੰ ਅਸੀਂ ਹੈਲਪ ਕੀਤੀ ਹੈ ਉਹਨਾਂ ਦੇ ਬੱਚੇ ਇੱਥੇ ਆਲਰੇਡੀ ਸਟੱਡੀ ਵੀਜ਼ਾ ਤੇ ਸੀਗੇ ਔਰ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਸੀ ਕਿ ਅੱਗੇ ਉਹ ਡਾਇਰੈਕਸ਼ਨ ਨਹੀਂ ਲੈ ਪਾ ਰਹੇ ਸੀ, ਤੇ ਜਦੋਂ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ ਤੇ ਅਸੀਂ ਫਾਈਂਡ ਕੀਤਾ ਕਿ ਉਹ ਐਲੀਜੀਬਲ ਸੀਗੇ ਕਿਉਂਕਿ ਉਹਨਾਂ ਦੇ ਆਲਰੇਡੀ ਇੰਡੀਆ 'ਚ ਬਿਜ਼ਨਸ ਚੱਲ ਰਹੇ ਸੀਗੇ। ਤੇ ਜਦੋਂ ਅਸੀਂ ਉਹਨਾਂ ਦੀ ਐਪਲੀਕੇਸ਼ਨਸ ਨੂੰ ਪ੍ਰੋਸੈਸ ਕੀਤਾ ਤੇ ਬੱਚੇ ਜਿਹੜੇ ਆਲਰੇਡੀ ਸਟੱਡੀ ਵੀਜ਼ਾ ਤੇ ਪੜ੍ਹ ਰਹੇ ਨੇ ਉਹ ਉਹਨਾਂ ਦੇ ਨਾਲ ਡਿਪੈਂਡੈਂਟ ਹੋ ਕੇ ਇੱਕ ਫੈਮਿਲੀ ਐਪਲੀਕੇਸ਼ਨ ਲੌਂਚ ਹੋ ਜਾਂਦੀ ਹੈ। ਔਰ ਉਹ ਆਪਣੀ ਪੜ੍ਹਾਈ ਕਰ ਸਕਦੇ ਨੇ, ਉਹ ਪੜ੍ਹਦੇ ਰਹਿਣ ਨਾਲ ਪੇਰੈਂਟਸ ਦੀ ਦੂਜੀ ਐਪਲੀਕੇਸ਼ਨ ਪੈ ਜਾਏਗੀ ਔਰ ਜਦੋਂ ਉਹ ਐਪਲੀਕੇਸ਼ਨ ਥਰੂ ਹੁੰਦੀ ਹੈ ਫਿਰ ਉਹ ਬੱਚੇ ਨੂੰ ਇੱਥੇ ਆ ਕੇ ਸਟਰਗਲ ਨਹੀਂ ਕਰਨੀ ਪੈਣੀ ਕਿ PR ਕਿੱਦਾਂ ਹੋਏਗੀ ਪੁਆਇੰਟ ਬੇਸ ਤੇ। ਦਿਸ ਇਜ਼ ਅ ਲੋਟ ਆਫ ਸਟਰਗਲ, ਮਤਲਬ ਬਹੁਤ ਸਾਰੇ ਸਾਲ ਨਿਕਲ ਜਾਂਦੇ ਨੇ ਬੱਚੇ ਦੇ। ਇੱਥੇ ਇੱਕ ਚੀਜ਼ ਆਪਾਂ ਹੋਰ ਬਾਈ ਦ ਟਾਈਮ ਉਹ PR ਹੋਏਗਾ ਉਹ 25 ਮਤਲਬ 5-6 ਸਾਲ ਨਿਕਲ ਜਾਂਦੇ ਨੇ। ਬੱਚਾ 4 ਸਾਲ ਦੀ ਡਿਗਰੀ ਕਰਦਾ ਹੈ ਫਿਰ ਅੱਗੇ ਵਰਕ ਵੀਜ਼ਾ ਰਹਿੰਦਾ ਹੈ, 5 ਸਾਲ ਨਿਕਲ ਜਾਂਦੇ ਨੇ। ਇਹਦੇ 'ਚ ਆ ਹੈ ਕਿ ਜਦੋਂ PR ਆ ਗਈ ਜਾਂ TR ਆ ਗਈ 188 ਬਿਜ਼ਨਸ ਵੀਜ਼ਾ ਦੀ, ਬੱਚੇ ਉਹਦੇ ਨਾਲ ਹੀ ਇਨਕਲੂਡ ਹੋ ਕੇ ਉਹਨਾਂ ਦਾ ਇੱਕ ਸਿਕਿਉਰਿਟੀ ਹੋ ਜਾਂਦੀ ਹੈ ਲਾਈਫ ਦੀ, ਪਲੱਸ ਫੈਮਿਲੀ ਇੱਕ ਮਤਲਬ ਨਾਲ ਹੋ ਜਾਂਦੇ ਨੇ ਸਾਰੇ ਇੱਥੇ ਆਸਟ੍ਰੇਲੀਆ 'ਚ। ਠੀਕ ਹੈ ਸਰ, ਤੇ ਜੇਕਰ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਆਪਣੀ ਕੰਪਨੀ ਬਣਾਈ ਹੈ ਸਕਿੱਲ ਵੀਜ਼ਾ ਸਰਵਿਸਿਜ਼, ਤੁਸੀਂ ਲੋਕਾਂ ਨੂੰ ਐਡਵਾਈਸ ਦਿੰਦੇ ਹੋ ਵੀ ਤੁਸੀਂ ਇਸ ਤਰ੍ਹਾਂ ਬਿਜ਼ਨਸ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ। ਇੰਡੀਆ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੇ ਏਜੰਟਸ ਨੇ ਜਿਨ੍ਹਾਂ ਨੂੰ ਆਪਾਂ ਏਜੰਟਸ ਕਹਿੰਦੇ ਆ, ਸਟੱਡੀ ਕੰਸਲਟੈਂਟਸ ਕਹਿੰਦੇ ਆ, ਉਹਨਾਂ 'ਚ ਤੇ ਤੁਹਾਡੇ 'ਚ ਫਰਕ ਕੀ ਰਿਹਾ? ਉਹ ਵੀ ਇੰਡੀਆ 'ਚ ਜਿਹੜੇ ਨੇ ਉਹ ਵੀ ਏਜੰਟਸ ਨੇ ਤੇ ਜਿਹੜੇ ਤੁਸੀਂ ਵੀ ਏਜੰਟਸ ਹੋ, ਤੁਹਾਡੇ ਦੋਨਾਂ 'ਚ ਫਰਕ ਕੀ ਰਿਹਾ ਫਿਰ? ਜਿਹੜੇ ਆਸਟ੍ਰੇਲੀਅਨ ਗਵਰਨਮੈਂਟ ਨੇ ਜਿਹੜੀ ਪਰਮਿਸ਼ਨ ਦਿੱਤੀ ਹੈ ਟੂ ਗਿਵ ਐਡਵਾਈਸ, ਉਹ ਓਨਲੀ ਮਾਰਾ ਏਜੰਟਸ ਨੂੰ ਦਿੱਤੀ ਹੈ। ਬਿਕੋਜ਼ ਮਾਰਾ ਏਜੰਟ ਬਣਨ ਲਈ ਤੁਹਾਨੂੰ ਪਹਿਲਾਂ ਟੈਸਟ ਪਾਸ ਕਰਕੇ ਫਿਰ ਪੜ੍ਹਾਈ ਕਰਕੇ ਪੂਰੀ ਲਾਅ ਦੀ, ਉਹਦੇ ਬਾਅਦ ਟੈਸਟ ਪਾਸ ਕਰਕੇ ਫਿਰ ਹੀ ਤੁਹਾਨੂੰ ਲਾਇਸੈਂਸ ਮਿਲਦਾ ਔਰ ਹਰ ਸਾਲ ਤੁਹਾਨੂੰ ਆਪਣਾ ਰਿਨਿਊ ਕਰਨਾ ਪੈਂਦਾ ਹੈ। ਤੇ ਹਰ ਸਾਲ ਮੈਨੂੰ ਆਪਣਾ ਲਾਇਸੈਂਸ ਰਿਨਿਊ ਕਰਨਾ ਪੈਂਦਾ ਹੈ। ਅਗਰ ਤੁਸੀਂ ਆਪਣਾ ਕੰਡਕਟ ਠੀਕ ਨਹੀਂ ਰੱਖਦੇ ਜਾਂ ਕੋਈ ਕੰਪਲੇਂਟ ਆਉਂਦੀ ਹੈ ਤੁਹਾਡੇ ਅਗੇਂਸਟ ਤੇ ਤੁਹਾਡਾ ਲਾਇਸੈਂਸ ਰਿਨਿਊ ਨਹੀਂ ਹੁੰਦਾ। ਤੇ ਸਾਨੂੰ ਮਤਲਬ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਹੁੰਦਾ ਹੈ ਕਿ ਏਜੰਟ ਬਣਨ ਦੀ ਵੀ ਕੋਈ ਪੜ੍ਹਾਈ ਨਹੀਂ ਹੁੰਦੀ, ਤਾਂ ਮਤਲਬ ਆਸਟ੍ਰੇਲੀਆ ਦੇ ਵਿੱਚ ਇੱਕ ਏਜੰਟ ਬਣਨ ਲਈ ਵੀ ਪੂਰਾ ਟੈਸਟ ਦੇਣਾ ਪੈਂਦਾ ਸਰਕਾਰ ਨੂੰ। ਹਾਂਜੀ, ਔਰ ਬਿਲਕੁਲ ਟੈਸਟ ਦੇ ਕੇ ਐਂਡ ਦੈਨ ਉਹਦੇ ਬਾਅਦ ਲਾਇਸੈਂਸ ਹਰ ਸਾਲ ਰਿਨਿਊ ਹੁੰਦਾ ਹੈ। ਸਾਨੂੰ 16 ਸਾਲ ਹੋ ਗਏ ਨੇ ਲਾਇਸੈਂਸ ਮੇਨਟੇਨ ਕੀਤੇ ਐਂਡ ਇੱਥੇ ਰਹਿੰਦੇ ਸਾਨੂੰ 21 ਸਾਲ ਹੋ ਗਏ ਨੇ, 20 ਤੋਂ 21 ਸਾਲ। ਤਾਂ ਸਾਨੂੰ ਪੂਰਾ ਐਕਸਪੀਰੀਅੰਸ ਹੈ। ਜਿਹੜਾ ਅਸੀਂ ਐਡਵਾਈਸ ਦਵਾਂਗੇ ਜਾਂ ਜਿਹੜਾ ਤੁਹਾਨੂੰ ਦੱਸਾਂਗੇ ਉਹ ਇੱਕ ਜੈਨੂਇਨ ਔਰ ਆਥੈਂਟਿਕ ਐਡਵਾਈਸ ਹੋਏਗਾ। ਸਰ ਦਾ ਐਡਵਾਈਸ ਇੰਡੀਆ ਕੇ ਹੈ ਹੀ ਬਹੁਤ ਘੱਟ, ਮਾਰਾ ਏਜੰਟਸ ਸਪੈਸ਼ਲਾਈਜ਼ ਕਰਦੇ ਹੀ ਨਹੀਂ ਇਸ ਫੀਲਡ 'ਚ। ਐਂਡ ਬਿਜ਼ਨਸ ਵੀਜ਼ਾ ਤੇ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਤੁਸੀਂ 188 ਵੀਜ਼ਾ ਮਤਲਬ ਪ੍ਰੋਵੀਜ਼ਨਲ ਵੀਜ਼ਾ ਤੇ ਇੱਥੇ ਆ ਜਾਂਦੇ ਹੋ ਤੇ ਅਸੀਂ ਉਹਨਾਂ ਦੇ ਨਾਲ ਕਲਾਇੰਟਸ ਦੇ ਨਾਲ ਜੁੜੇ ਰਹਿੰਦੇ ਹਾਂ ਤਾਂ ਕਿ ਜਦੋਂ ਉਹ 2 ਸਾਲ ਬਾਅਦ ਜਾਂ 3 ਸਾਲ ਬਾਅਦ ਉਹਨਾਂ ਦੀ PR ਅਪਲਾਈ ਕਰਨੀ ਹੈ ਤੇ ਅਸੀਂ ਉਹਨਾਂ ਦਾ ਹੈਂਡ ਹੋਲਡਿੰਗ ਕਰਦੇ ਹਾਂ। ਇਹ ਜਿਹੜੀ ਇੱਕ ਸਾਡੀ ਕੰਸਲਟਿੰਗ ਦੇ ਵਿੱਚ ਦਾ ਪਾਰਟ ਹੈ ਕਿ ਅਸੀਂ ਉਹਨਾਂ ਨੂੰ ਉਹ ਚੀਜ਼ਾਂ ਗਾਈਡ ਕਰਦੇ ਨੇ ਜਿਹੜੀਆਂ ਕਿ ਉਹਨਾਂ ਨੂੰ ਅੱਗੇ ਜਾ ਕੇ ਪਰਮਾਨੈਂਟ ਰੈਜ਼ੀਡੈਂਸੀ ਤੱਕ ਲੈ ਕੇ ਜਾਣ। ਮਤਲਬ ਪੂਰੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਸਾਰੀ ਤੁਸੀਂ ਗਾਈਡੈਂਸ ਉਹਨਾਂ ਨੂੰ ਦਿੰਦੇ ਹੋ? ਜੀ। ਤੇ ਸਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਮਿਲ ਕੇ ਤੁਸੀਂ ਸੈਮੀਨਾਰਸ ਲਗਾਉਂਦੇ ਹੋ, ਵੈਬੀਨਾਰਸ ਕਰਦੇ ਹੋ, ਤਾਂ ਉਸ ਨਾਲ ਜੇ ਕਿਸੇ ਨੇ ਤੁਹਾਡੇ ਉਹ ਵੈਬੀਨਾਰ ਦਾ ਹਿੱਸਾ ਬਣਨਾ ਹੋਵੇ ਉਹ ਕਿਸ ਤਰ੍ਹਾਂ ਬਣ ਸਕਦਾ? ਅਸੀਂ ਜਸਟ ਟੂ ਐਡ ਅਪ ਕਿ ਅਸੀਂ ਨੈਕਸਟ ਮੇਬੀ 1 ਮੰਥ 'ਚ ਇੱਕ ਵੈਬੀਨਾਰ ਕਰ ਰਹੇ ਹਾਂ ਸਾਊਥ ਆਸਟ੍ਰੇਲੀਅਨ ਗਵਰਨਮੈਂਟ ਨਾਲ। ਜਿਹੜੀ ਸਾਊਥ ਆਸਟ੍ਰੇਲੀਅਨ ਬਿਜ਼ਨਸ ਵੀਜ਼ਾ ਦੀ ਜਿਹੜੀ ਡਿਵੀਜ਼ਨ ਹੈ ਉਹਨਾਂ ਦਾ ਜਿਹੜੇ ਮੈਨੇਜਰ ਹੈ ਜਿਹੜਾ ਤੁਹਾਡੀ ਐਪਲੀਕੇਸ਼ਨ ਅਸੈਸ ਕਰੇਗਾ ਉਹੀ ਆ ਵੈਬੀਨਾਰ ਦੇ ਰਿਹਾ ਹੈ ਸਾਡੇ ਨਾਲ ਮਿਲ ਕੇ। ਤੇ ਉਹਦੀ ਰਜਿਸਟ੍ਰੇਸ਼ਨ ਅਸੀਂ ਓਪਨ ਕਰਨ ਲੱਗੇ ਹਾਂ ਨੈਕਸਟ ਵੀਕ ਔਨਵਰਡਸ। ਤੇ ਅਸੀਂ ਤੁਹਾਡੇ ਚੈਨਲ ਦੇ ਥਰੂ ਉਹ ਰਜਿਸਟ੍ਰੇਸ਼ਨ ਕਿੱਦਾਂ ਹੋਣੀ ਹੈ, ਉਹਦੀ ਐਲੀਜੀਬਿਲਟੀ ਕੀ ਹੈ, ਉਹ ਮੈਂਸ਼ਨ ਕਰ ਦਾਂਗੇ। ਜਿਹੜੇ ਬਿਜ਼ਨਸਮੈਨ ਇੰਟਰਸਟਿਡ ਨੇ to attend this webinar, this is going to be a live open day seminar along with South Australian government. ਉਹਦੇ 'ਚ enroll ਕਰ ਸਕਦੇ ਨੇ। ਉਹਨਾਂ ਨਾਲ ਜਿਹੜੇ ਲੋਕੀ ਅਟੈਂਡ ਕਰਨਗੇ ਉਹਨਾਂ ਨੂੰ ਇੱਕ excellent opportunity to understand ਕਿ South Australian government ਦੀ ਕੀ requirement ਹੈ from them only. ਕੋਈ third person involved ਨਹੀਂ, direct from the
ਸਾਊਥ ਆਸਟ੍ਰੇਲੀਅਨ ਗਵਰਨਮੈਂਟ? ਸਾਡੇ ਨਾਲ ਸਾਡੇ WhatsApp ਨੰਬਰ ਤੇ ਇਨਕੁਆਇਰੀ ਭੇਜ ਕੇ ਰਜਿਸਟਰ ਕਰ ਸਕਦੇ, ਸਾਨੂੰ ਈਮੇਲ ਕਰ ਸਕਦੇ ਨੇ। ਸਾਡੇ ਇੰਡੀਆ ਦੇ ਨੰਬਰਸ ਨੇ, ਇੱਥੋਂ ਦੇ ਨੰਬਰਸ ਨੇ, ਅਸੀਂ ਤੁਹਾਡੇ ਪ੍ਰੋਗਰਾਮ ਰਾਹੀਂ ਉਹ ਅਸੀਂ ਪ੍ਰੋਵਾਈਡ ਕਰ ਦਿੰਦੇ ਹਾਂ। ਆਸਟ੍ਰੇਲੀਆ ਦਾ ਤਾਂ ਸਰ ਚਲੋ ਹੁਣ ਇੰਡੀਆ ਦੇ ਜਿਹੜੇ ਲੋਕ ਨੇ ਜੇਕਰ ਤੁਹਾਡੇ ਵਿਜ਼ਿਟ ਆਫਿਸ ਕਰਨਾ ਹੋਵੇ ਆਸਟ੍ਰੇਲੀਆ ਦਾ ਵਿਜ਼ਿਟ ਕਰਨ ਲਈ ਆ ਨਹੀਂ ਸਕਦੇ, ਇੰਡੀਆ ਦੇ ਵਿੱਚ ਤੁਹਾਡਾ ਕਿੱਥੇ ਆਫਿਸ ਹੈ ਜਿੱਥੇ ਲੋਕ ਆ ਕੇ ਵਿਜ਼ਿਟ ਕਰ ਸਕਦੇ ਆ ਤੁਹਾਡੇ ਨਾਲ? ਜੇਕਰ ਕੰਟੈਕਟ ਕਰਨਾ ਹੋਵੇ ਕਿਸ ਤਰ੍ਹਾਂ ਕੰਟੈਕਟ ਕਰ ਸਕਦੇ? ਅਸੀਂ ਐਪਲੀਕੇਸ਼ਨ ਤਾਂ ਦੇਖੋ ਅਸੀਂ ਖੁਦ ਹੀ ਇੱਥੋਂ ਕਰਾਂਗੇ। ਸਾਡਾ ਇੰਡੀਆ ਆਫਿਸ ਜਿਹੜਾ ਹੈ, ਕਿਉਂਕਿ ਸਾਡੇ ਸਟੂਡੈਂਟ ਕਾਉਂਸਲਰ ਨੇ, ਸਾਡਾ ਆਫਿਸ ਸੈਕਟਰ 34 'ਚ ਐਟ ਦ ਮੋਮੈਂਟ। ਲੇਕਿਨ ਅਸੀਂ ਇਹ ਐਪਲੀਕੇਸ਼ਨ ਦੇ ਵਿੱਚ ਸਟਾਰਟਿੰਗ ਫਰੋਮ ਡੇ 1 ਅਸੀਂ ਸਾਡੇ ਨਾਲ ਹੀ ਕੰਟੈਕਟ ਰਹੇਗਾ, ਅਸੀਂ ਹੀ ਇੱਥੋਂ ਐਪਲੀਕੇਸ਼ਨ ਕਰਾਂਗੇ, ਅਸੀਂ ਕੁਆਲੀਫਾਈ ਕਰਾਂਗੇ, ਬਿਕੋਜ਼ ਇਹ ਇੱਕ ਵਨ ਆਫ ਦਾ ਮੋਸਟ ਕੰਪਲੈਕਸ ਵੀਜ਼ਾ ਦੇ ਵਿੱਚ ਆਉਂਦਾ ਹੈਗਾ। ਤੇ ਇਸ ਦੀ ਜਿਹੜੀ ਅੰਡਰਸਟੈਂਡਿੰਗ ਹੈ ਜਾਂ ਨੌਲੇਜ ਹੈ ਜਾਂ ਇੱਥੋਂ ਦੇ ਬਿਜ਼ਨਸ ਸਰਕਮਸਟੈਂਸਿਸ ਹੈ, ਉਹ ਅਸੀਂ ਹੀ ਉਹਨਾਂ ਨਾਲ ਕਲਾਇੰਟ ਨਾਲ ਕੈਰੀ ਫਾਰਵਰਡ ਕਰਦੇ ਹਾਂ। ਐਂਡ ਨੋ ਡਾਊਟ ਇਫ ਦੇ ਵਾਂਟ ਟੂ ਵਿਜ਼ਿਟ ਅਸ, ਸਾਡੀ ਜਿਹੜੀ ਡੀਟੇਲਸ ਨੇ ਮਾਰਾ ਦੇ ਗਵਰਨਮੈਂਟ ਦੇ ਰਜਿਸਟਰ ਤੇ ਹੈ। ਸਾਡਾ ਜਿਹੜਾ ਨੰਬਰ ਹੈ ਮਾਰਾ ਨੰਬਰ 06415330 ਪਾ ਕੇ ਸਾਡੀ ਡੀਟੇਲਸ ਆਸਟ੍ਰੇਲੀਆ ਆਫਿਸ ਦੀ ਵੀ ਚੈੱਕ ਕਰ ਸਕਦੇ ਹਾਂ। ਤੇ ਉਹਨਾਂ ਦੇ ਮੋਸਟਲੀ ਹੁਣ ਇੱਥੇ ਜਿਹੜੇ ਰਹਿ ਰਹੇ ਨੇ ਉਹਨਾਂ ਦੇ ਆਪਣੇ ਕੋਈ ਫਰੈਂਡਸ ਐਂਡ ਫੈਮਿਲੀ, ਉਹ ਸਾਨੂੰ ਮੋਸਟ ਵੈਲਕਮ ਨੇ, ਕੰਟੈਕਟ ਕਰ ਸਕਦੇ ਨੇ। ਐਂਡ ਵੀ ਵਾਂਟ ਦੈਮ ਕਿ ਕਲਾਇੰਟ ਸਾਡੇ ਬਾਰੇ ਜਿੰਨਾ ਜਾਣ ਕੇ, ਇਸ ਪ੍ਰੋਗਰਾਮ ਬਾਰੇ ਜਾਣ ਕੇ ਫਿਰ ਹੀ ਪ੍ਰੋਸੀਡ ਕਰੇ। ਤੇ ਸਾਡੇ ਲਈ ਵੀ ਉਹਨਾਂ ਅੱਛਾ ਹੈ ਕਿ ਕਲਾਇੰਟ ਦਾ ਕੌਨਫੀਡੈਂਸ ਹੋਣਾ ਜ਼ਰੂਰੀ ਹੈ। ਬਿਲਕੁਲ। ਤੇ ਸਾਡੇ ਕ੍ਰੈਡੈਂਸ਼ੀਅਲਸ ਨੂੰ ਉਹ ਵੈਰੀਫਾਈ ਕਰ ਸਕਦੇ, ਪ੍ਰੋਗਰਾਮ ਨੂੰ ਵੈਰੀਫਾਈ ਕਰ ਸਕਦੇ ਤੁਹਾਡੇ ਜਿਹੜੀ ਗਵਰਨਮੈਂਟ ਦੀ ਵੈਬਸਾਈਟ ਤੋਂ। ਰਾਈਟ ਫਰੋਮ ਡੇ 1 ਟਿਲ ਜਦ ਤੱਕ ਤੁਸੀਂ ਆਸਟ੍ਰੇਲੀਆ ਨਹੀਂ ਪਹੁੰਚਦੇ, ਔਰ ਇੱਥੇ ਪਹੁੰਚਣ ਦੇ ਬਾਅਦ ਵੀ ਜਿਹੜਾ ਤੁਹਾਨੂੰ ਸਪੋਰਟ ਚਾਹੀਦਾ ਹੈ ਉਹ ਅਸੀਂ ਪਰਸਨਲੀ ਖੁਦ ਦੇਵਾਂਗੇ, ਨਾ ਕਿ ਕਿਸੇ ਥਰਡ ਪਰਸਨ ਦੇ ਥਰੂ। ਸੋ ਯੂ ਡੀਲਿੰਗ ਵਿਦ ਅਸ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਤਾਂ ਤੁਸੀਂ ਇਹ ਸੁਣਿਆ SBS ਸਕਿੱਲ ਵੀਜ਼ਾ ਸਰਵਿਸਿਜ਼ ਤੋਂ ਮਿਸਟਰ ਸੰਜੀਵ ਅਤੇ ਨਰਿੰਦਰ ਸਾਹੀ ਜੀ ਨੂੰ। ਉਹਨਾਂ ਨੇ ਦੱਸਿਆ ਕਿ ਇਕੱਲੇ ਸਟੂਡੈਂਟ ਵੀਜ਼ੇ ਤੇ ਨਾਲ ਹੀ ਬੱਚਾ ਬਾਹਰ ਨਹੀਂ ਜਾ ਸਕਦਾ, ਹੋਰ ਵੀ ਬਹੁਤ ਆਪਸ਼ਨਸ ਨੇ। ਜਿਹੜੇ ਆਪਣਾ ਬਾਹਰ ਜਾ ਕੇ ਬਿਜ਼ਨਸ ਕਰਨਾ ਚਾਹੁੰਦੇ ਨੇ ਤਾਂ ਬਿਜ਼ਨਸ ਦੇ ਵੀ ਕਈ ਆਪਸ਼ਨਸ ਨੇ, ਆਪਣੀ ਫੈਮਿਲੀ ਨੂੰ ਵੀ ਨਾਲ ਲੈ ਕੇ ਜਾ ਸਕਦੇ ਨੇ। ਤਾਂ ਇੱਕ ਵਾਰੀ ਇਹਨਾਂ ਦੇ ਨਾਲ ਜ਼ਰੂਰ ਸਲਾਹ ਕਰੋ ਜੇਕਰ ਤੁਸੀਂ ਬਾਹਰ ਜਾ ਕੇ ਆਪਣਾ ਕੋਈ ਕਾਰੋਬਾਰ ਸੈੱਟ ਕਰਨਾ ਚਾਹੁੰਦੇ ਹੋ, ਕਿਉਂਕਿ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਪੰਜਾਬ ਤੋਂ ਲੁਧਿਆਣੇ ਦੀ ਗੱਲ ਕਰੀ ਤਾਂ ਲੁਧਿਆਣਾ ਇਸ ਸਮੇਂ ਇੰਡਸਟਰੀ ਦਾ ਹੱਬ ਹੈ। ਪੂਰੇ ਦੇਸ਼, ਪੂਰੀ ਦੁਨੀਆ ਦੇ ਵਿੱਚ ਸਾਈਕਲ ਪਹੁੰਚਾਉਣ ਵਾਲਾ ਲੁਧਿਆਣਾ ਸ਼ਹਿਰ ਹੈ। ਵੱਡੇ ਵੱਡੇ ਇੰਡਸਟਰੀਜ਼ ਨੇ ਤੇ ਜਿਹੜੇ ਆਪਣਾ ਕਾਰੋਬਾਰ ਜਿਹੜਾ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਵਧਾਉਣ ਦੇ ਚਾਹਵਾਨ ਹੈਗੇ ਨੇ, ਤਾਂ ਜ਼ਰੂਰ ਇੱਕ ਵਾਰੀ ਇਹਨਾਂ ਦੇ ਨਾਲ ਕੰਸਲਟ ਕਰਨ। ਮੋਹਾਲੀ ਦੇ ਵਿੱਚ ਵੀ ਇਹਨਾਂ ਦਾ, ਚੰਡੀਗੜ੍ਹ ਦੇ ਵਿੱਚ ਵੀ ਦਫ਼ਤਰ ਹੈ। ਬਾਕੀ ਇਹਨਾਂ ਦੇ ਨੰਬਰ ਵੀ ਸਕਰੀਨ ਤੇ ਲਗਾਤਾਰ ਸਾਡੇ ਵੱਲੋਂ ਦਿਖਾਏ ਜਾ ਰਹੇ ਨੇ, ਤਾਂ ਇਹਨਾਂ ਨੰਬਰਾਂ ਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਸੰਪਰਕ ਕਰ ਸਕਦੇ ਹੋ। ਤਾਂ ਵਧੇਰੇ ਅਪਡੇਟਸ ਸੀ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਰਨਜੀਤ ਸਿੰਘ, ਲੁਧਿਆਣਾ ਟਾਈਮਸ।